सिद्धू मूसेवाला ना सी ना है मेरे लिए, ठीक है। उन्हें थापियां बई जी स्टेजां तो मारनियां ने, मैं ग्राउंड च मारियां हुई ने। ਜਿਹੜਾ ਮੈਨੂੰ 302 ਚ ਦੱਸਦਾ ਬਿਨਾ ਗਾਲ ਤੋਂ ਗੱਲ ਹੀ ਨਹੀਂ ਕਰਦਾ, ਉਹਨੂੰ ਸਮਝਾਓ ਵੀ ਭਾਈ ਸਾਹਿਬ ਆ ਫਿਲਮੀ ਦੁਨੀਆ ਛੱਡ ਕੇ ਨਾ ਧਰਤੀ ਤੇ ਆ। ਸਿੱਧੂ ਮੂਸੇਵਾਲਾ ਬਾਹੂਬਲੀ ਹੈਗਾ ਸਿੰਗਿੰਗ ਲਾਈਨ ਚ, ਸਿਆਸਤ ਚ ਆ ਕੇ ਉਹਨੂੰ ਇਹ ਲੱਗਿਆ ਵੀ ਮੈਂ ਪਤਾ ਨਹੀਂ 13-14 ਸੀਟਾਂ ਜਿੱਤ ਦੂੰ। ਉਹਨੂੰ ਉਦੋਂ ਪਤਾ ਲੱਗਿਆ ਵੀ ਮੈਂ ਤਾਂ ਮਾਨਸਾ ਹੀ ਠੁੱਕ ਰਿਹਾ। ਐਸਾ ਕੀ ਕਰਤਾ ਉਹਨੇ ਵੀ ਸਿੱਧੂ ਮੂਸੇਵਾਲਾ ਹੀ ਇੱਥੇ ਚੇਂਜ ਲੈ ਕੇ ਆ ਸਕਦਾ, ਹੋਰ ਕੋਈ ਦੁਨੀਆ 'ਚ ਬੰਦਾ ਹੀ ਨਹੀਂ। ਜੇ ਉਹ ਕਹਿੰਦਾ ਮੈਂ ਮਾਨਸਾ ਦਾ ਜੰਪਲ ਆ ਵੀ ਮਾਨਸਾ ਤੋਂ ਲੜਨੀ ਆ, ਫਿਰ ਇੱਕ ਐਸਾ ਕੰਮ ਜਿਹੜਾ ਮਾਨਸਾ ਹਿੱਤ ਲਈ ਕੀ ਕੀਤਾ, ਮਜੀਠੀ ਦੇ ਖਿਲਾਫ ਲੜਾ ਦੇਣਾ। ਪਤਾ ਲੱਗ ਜੂ ਵੀ 9/11 ਕੀ ਹੈਗਾ, ਪਤਾ ਲੱਗ ਜੂ। ਤੁਸੀਂ ਯਕੀਨ ਕਰੋਗੇ ਸਾਰੇ ਪੇਜਾਂ ਤੋਂ ਮੈਨੂੰ ਉਹਨੇ ਕਾਲਾਂ ਕਰਾਈਆਂ ਨੇ, ਇੰਸਟਾਗ੍ਰਾਮ ਵੀ ਦਿਖਾ ਦਿੰਦਾ, 2-3 ਮੈਂ ਸੁਣੀਆਂ। ਤੁਸੀਂ ਕਿਉਂ ਲੜ ਰਹੇ ਹੋ, ਸਿੱਧੂ ਨੂੰ ਮੌਕਾ ਦਿਓ, ਉਹ ਨੌਜਵਾਨ ਆ। ਮੈਂ ਕਿਹਾ ਮੈਂ ਕਿਹੜਾ ਬਜ਼ੁਰਗ ਆ, ਅੱਗ ਲਾ ਦਾਂਗੇ, ਬੱਸਾਂ ਭੰਨ ਦਾਂਗੇ, ਤੈਨੂੰ ਪਤਾ ਨਹੀਂ ਸਰਕਾਰ ਕਿਹਦੀ ਐ। ਬਹੁਤ ਰੂਟਲੀ ਬੋਲਿਆ। ਮੈਂ ਕਿਹਾ ਵੀ ਇਹ ਠੱਗੀਆਂ ਮਾਰਦਾ, ਮੈਂ ਕਿਹਾ ਵੀ ਇਹ ਨਸ਼ਾ ਵੇਚਦਾ। ਉਹ ਬਾਹੂਬਲੀ ਹੈਗਾ ਸਿੰਗਿੰਗ ਲਾਈਨ ਚ, ਸਿਆਸਤ ਚ ਆ ਕੇ ਉਹਦਾ ਖੜਕਾ ਨਹੀਂ ਹੋਇਆ। 13 ਸੀਟਾਂ ਜਿੱਤਣ ਨੂੰ ਫਿਰਦਾ ਸੀ, ਆਪਦੀ ਬੂਥ ਲੱਗਣ ਦੀ ਹੋਈ ਪਈ ਆ। ਗਾਇਕੀ ਚ ਰਿਵਾਲਵਰ, ਗੁੰਡਾਗਰਦੀ, ਗਾਲ ਪ੍ਰਮੋਟ ਉਹ ਕਰਦਾਗਾ। ਬਦਮਾਸ਼ੀ ਵਾਲਾ ਜਿਹੜਾ ਉਹਦੇ ਕੀੜਾ ਗਾ, ਇਹ ਸਮਾਜ ਨੂੰ ਗੰਦਲਾ ਕਰਦਾ, ਖਰਾਬ ਕਰਦਾ। ਤੱਤਾ ਚੱਲਦਾ ਥੋੜਾ ਜਿਹਾ, ਸਮਝਾਓ। ਓਏ ਉਹੀ ਸਿੱਧੂ ਮੂਸੇਵਾਲਾ ਜਿਹੜਾ 4-4 ਘੰਟੇ ਪੱਤਰਕਾਰਾਂ ਨੂੰ ਧੁੱਪੇ ਖੜਾਉਂਦਾ ਸੀ ਬਿਨਾਂ ਰੋਟੀ ਤੋਂ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਪਿਛਲੇ ਦਿਨੀ ਇੱਕ ਰੈਲੀ ਹੁੰਦੀ ਹੈ ਮਾਨਸਾ ਦੇ ਵਿੱਚ। ਉਹ ਰੈਲੀ ਕਰਦਾ ਇੱਕ ਨੌਜਵਾਨ, ਤੇ ਰੈਲੀ ਕਰਦਾ ਕੀ ਹੈ, ਇੱਕ ਰੈਲੀ ਦੇ ਵਿੱਚ ਇੱਕ ਨੌਜਵਾਨ ਨੂੰ ਉਹ ਲਲਕਾਰਦਾ ਹੈ। ਦੂਜਾ ਨੌਜਵਾਨ ਹੈ ਜਿਸ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ, ਸਿੱਧੂ ਮੂਸੇਵਾਲਾ। ਸਿੱਧੂ ਮੂਸੇਵਾਲਾ ਦੇ ਖਿਲਾਫ ਰੈਲੀ ਕੋਈ ਦੂਜੀ ਪਾਰਟੀ ਦਾ, ਕੋਈ ਵਿਰੋਧੀ ਪਾਰਟੀ ਦਾ ਵਿਅਕਤੀ ਨਹੀਂ, ਆਪਣੀ ਪਾਰਟੀ ਦਾ ਯੂਥ ਕਾਂਗਰਸ ਦਾ ਪ੍ਰਧਾਨ, ਜ਼ਿਲ੍ਹੇ ਦਾ ਯੂਥ ਕਾਂਗਰਸ ਦਾ ਪ੍ਰਧਾਨ ਜਸਪਿੰਦਰ ਚਹਿਲ ਕਰਦਾ ਤੇ ਲਲਕਾਰਦਾ ਉੱਥੋਂ ਸਿੱਧੂ ਮੂਸੇਵਾਲਾ ਨੂੰ। ਇੱਕ ਲਲਕਾਰ ਦਿੰਦਾ ਹੈ ਕਿ ਤੂੰ ਬੱਸਾਂ ਰੋਕਣ ਦੀ ਕੋਸ਼ਿਸ਼ ਕੀਤੀ, ਤੂੰ ਸਭ ਕੁਝ ਕੋਸ਼ਿਸ਼ ਕੀਤੀ ਮੇਰੀ ਰੈਲੀ ਨੂੰ ਫੇਲ ਕਰਨ ਦੀ, ਪਰ ਰੈਲੀ ਵੀ ਹੋ ਰਹੀ ਹੈ। ਤੇ ਮੈਂ ਜਿਹੜਾ ਇੱਥੋਂ ਟਿਕਟ ਦਾ ਦਾਅਵੇਦਾਰ ਆਪਣੇ ਆਪ ਨੂੰ ਕਿਹਾ, ਇੱਥੋਂ ਤੱਕ ਇਹ ਵੀ ਕਿਹਾ ਕਿ ਜੇਕਰ ਇਸ ਪਾਰਟੀ ਟਿਕਟ ਦਿੰਦੀ ਹੈ ਤਾਂ ਕੁਝ ਹੋਰ ਵੀ ਜਿਹੜਾ ਨਾਲ ਵੀ ਨਾ ਚੱਲਿਆ ਜਾਊਗਾ ਤੇ ਵਿਰੋਧ ਵੀ ਕੀਤਾ ਜਾਊਗਾ। ਤਾਂ ਅੱਜ ਉਸ ਨੌਜਵਾਨ ਕੋਲ ਪਹੁੰਚਿਆ, ਜਸਪਿੰਦਰ ਚਹਿਲ ਕੋਲ। ਬਾਈ ਜੀ, ਪਹਿਲਾਂ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਿੱਧੂ ਮੂਸੇਵਾਲੇ ਦੇ ਗੀਤ ਦੀ ਇੱਕ ਲਾਈਨ ਤੋਂ ਸ਼ੁਰੂ ਕਰਾਂਗੇ। ਉਹ ਕਹਿੰਦੇ ਆ ਕਿ ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ, ਸਾਡੀ ਬਦਨਾਮੀ ਸਿਰ ਰੋਟੀ ਚੱਲਦੀ। ਕੀ ਕਹਿਣਾ ਚਾਹੁੰਦੇ ਹੋ ਭਾਈ ਇਹਦੇ ਬਾਰੇ? ਹੁਣ ਮੈਂ ਕੀ ਕਹਿਣਾ, ਲੈਣੀ ਬੜੀ ਤੁਸੀਂ ਕਸੂਤੀ ਜੀ ਬੋਲਤੀ। ਬਦਨਾਮੀ ਸਿਰ ਤੋਂ ਰੋਟੀ ਚੱਲਣੀ ਕੋਈ ਚੰਗੀ ਗੱਲ ਤਾਂ ਨਹੀਂ। ਬਦਨਾਮੀ ਕਰਾ ਕੇ ਰੋਟੀ ਕਾਹਦੇ ਲਈ ਖਾਣੀ ਆ? ਹੱਕ ਸੱਚ ਦੀ ਖਾਓ, ਮਿਹਨਤ ਦੀ ਖਾਓ, ਠੀਕ ਹੈ। ਉਹ ਰੋਟੀ ਖਾਓ ਜਿਹ 'ਚ ਬਦਨਾਮੀ ਤਾਂ ਛੱਡੋ, ਜਿਹ 'ਚ ਹੱਕ ਸੱਚ ਦੀ ਸੁਗੰਧ ਆਵੇ। ਹਾਂਜੀ, ਉਹ ਖਾਣੀ ਚਾਹੀਦੀ ਹੈ। ਉਹ ਕਹਿੰਦੇ ਵੀ ਮਤਲਬ ਜੇ ਅਸੀਂ ਲੈਣ ਨੂੰ ਇੱਥੇ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਸਟੇਜ ਤੇ ਖੜ ਕੇ ਲਲਕਾਰਿਆ, ਇੱਕ ਹਿਸਾਬ ਨਾਲ ਉਹ ਕਹਿੰਦੇ ਬਦਨਾਮੀ ਕੀਤੀ। ਜੋ ਪਹਿਲਾਂ ਵੀ ਉਹ ਕਹਿੰਦੇ ਰਹੇ, ਆਪਣੀ ਗਾਇਕੀ ਦੀ ਲਾਈਨ 'ਚ ਵੀ ਕਹਿੰਦੇ ਰਹੇ ਆ, ਅੱਜ ਵੀ ਉਹ ਪੋਲਿਟਿਕਸ ਦੇ ਵਿੱਚ ਵੀ ਜੇ ਲਾਈਨ ਨੂੰ ਲਾਉਣਾ ਹੋਵੇ, ਫਿਰ ਇਹ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੇ ਨਾਮ ਤੋਂ ਜਸਪਿੰਦਰ ਆਪਣਾ ਨਾਮ ਤਾਂ ਨਹੀਂ ਚਮਕਾਉਣਾ ਚਾਹੁੰਦਾ? ਨਹੀਂ ਬਾਈ ਜੀ, ਮੈਨੂੰ ਇਹ ਦੱਸੋ ਮੈਂ ਕੀ ਬਦਨਾਮੀ ਕੀਤੀ ਆ ਸਟੇਜ ਤੋਂ? ਮੈਂ ਕੀ ਕਿਹਾ? ਮੈਂ ਕੁਛ ਗਲਤ ਕਿਹਾ? ਮੈਂ ਕਿਹਾ ਵੀ ਇਹ ਠੱਗੀਆਂ ਮਾਰਦਾ, ਮੈਂ ਕਿਹਾ ਵੀ ਇਹ ਨਸ਼ਾ ਵੇਚਦਾ, ਮੈਂ ਕੀ ਸਟੇਜ ਤੋਂ ਇਹ ਕਿਹਾ ਕਿ ਇਹ ਚਿੱਟੇ ਦਾ ਵਪਾਰੀ ਆ? ਨਹੀਂ ਕਿਹਾ। ਮੈਂ ਤਾਂ ਆਪਣੇ ਹੱਕ ਦੀ ਲੜਾਈ ਲੜ ਰਿਹਾ। ਮੇਰਾ ਉਹਦੇ ਨਾਲ ਕੋਈ ਲੜਾਈ ਨਹੀਂ। ਮੈਂ ਤਾਂ ਹਰ ਇੱਕ ਇੰਟਰਵਿਊ 'ਚ ਪਹਿਲਾਂ ਇਹ ਕਿਹਾ ਕਿ ਉਹ ਬੜਾ ਸਤਿਕਾਰਯੋਗ ਆ, ਉਹਨੇ ਮਾਨਸਾ ਦਾ ਨਾਮ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾਇਆ। ਉਹਦਾ ਵੱਡਾ ਨਾਮ ਨਾ, ਉਹਦੀ ਵੱਡੀ ਪਹਿਚਾਣ, ਉਹਨੂੰ ਬਿਲਕੁਲ ਸਿਆਸਤ 'ਚ ਆਉਣਾ ਚਾਹੀਦਾ। ਉਹ ਹੌਲੀ-ਹੌਲੀ ਆਵੇ, ਦੇਖੇ, ਪਰ ਸਾਡੇ ਹੱਕਾਂ ਤੇ ਡਾਕਾ ਨਾ ਮਾਰੇ ਵੀ ਮੈਂ ਹੁਣੀ ਟਿਕਟ ਲੈ ਕੇ ਹੁਣੀ MLA ਬਣ ਜਾ। ਮੇਰਾ ਜਿਹੜਾ ਸਟੇਜ ਤੋਂ ਕਹਿਣ ਦਾ ਮਤਲਬ ਉਹਨੂੰ ਇਹੀ ਸੀ ਜੀ। ਉਹਨੇ 4 ਦਿਨ ਪਹਿਲਾਂ ਸ਼ੁਰੂਆਤ ਉਹ ਇਨਸਾਨ ਨੇ ਕੀਤੀ ਆ। ਮੈਂ ਉਹਦੇ ਫੇਮ ਲਈ ਜਾਂ ਮੈਂ ਉਹਦੇ ਕੋਈ ਵੀ ਮੈਂ ਉਹਦੇ ਵਿੱਚ ਵੱਜਦਾ ਫਿਰਦਾ, ਐਸੀ ਗੱਲ ਨਹੀਂ। ਮੈਂ ਤਾਂ ਸ਼ੁਰੂਆਤ ਹੀ ਨਹੀਂ ਕੀਤੀ। 4 ਦਿਨ ਪਹਿਲਾਂ ਉਹ ਬੰਦਾ ਬੋਲਿਆ ਕਿ ਜਸਪਿੰਦਰ ਸਮਗਲਰ ਆ ਜੀ, ਮਸ਼ੀਨਾਂ ਵੰਡ ਕੇ, ਕਰੋਨਾ ਕਿੱਟਾਂ ਵੰਡ ਕੇ ਫੇਮ ਲੈਣਾ ਚਾਹੁੰਦਾ ਜੀ। ਕੰਮ ਨੂੰ ਆਪਣਾ ਕੰਮ ਡੋਨੇਟ ਜਿਹੜੇ ਆਪਣਾ ਕਰਦੇ ਆ ਆਪਾਂ, ਕੋਈ ਵੀ, ਠੀਕ ਹੈ, ਲੋਕਾਂ ਦਾ ਭਲਾ ਕਰ ਦਿਆਂਗੇ ਵੀ, ਉਹਨੂੰ ਪ੍ਰਚਾਰ ਕਰਦਾਗਾ। ਉਹ 3 ਕਰੋੜ ਦੀਆਂ ਲਿਮਟਾਂ ਕਰਾ ਕੇ ਠੱਗੀਆਂ ਮਾਰਦਾ। ਉਹਨੇ ਸ਼ੁਰੂਆਤ ਕੀਤੀ ਆ। ਉਹਦਾ ਜਵਾਬ ਦਿੱਤਾ ਮੈਂ ਸਟੇਜ ਤੋਂ। ਉਹ ਮੇਰਾ ਜਵਾਬ ਸੀ ਜਿਹੜਾ ਤੁਸੀਂ ਸੁਣਿਆ ਸਟੇਜ ਤੋਂ ਜੀ। ਇੱਕ ਗੱਲ ਤੁਸੀਂ ਆਪ ਹੀ ਕਹਿਤੀ ਕਿ ਚਿੱਟਾ ਵੇਚਣ ਦੀ ਗੱਲ, ਉਹ
ਕੀ ਗੱਲ ਹੈ? ਕਿਉਂਕਿ ਕਹਿੰਦੇ ਆ ਇੱਕ ਗੱਲ ਇਹ ਵੀ ਇਲਜ਼ਾਮ ਕਿਉਂ ਹੈ, ਇਲਜ਼ਾਮ ਬਣਿਆ ਕਿਉਂ ਹੈ, ਕਿਉਂ ਤੁਹਾਡੇ ਤੇ ਇਲਜ਼ਾਮ ਲੱਗਿਆ ਚਿੱਟਾ ਵੇਚਣ ਦਾ? ਬਾਈ ਜੀ ਕਹਿਣ ਨੂੰ ਕੋਈ ਵੀ ਕਹੀ ਚੱਲੇ, ਅਗਲਾ ਕਹਿੰਦਾ ਕੋਈ ਰਾਸਤਾ ਨਹੀਂ, ਸਧਾਰਨ ਪਰਿਵਾਰ ਦੇ ਮੁੰਡੇ ਨੂੰ ਜਾਂ ਠੋਕਣਾ, ਠੀਕ ਹੈ, ਜਦੋਂ ਘੇਰਨਾ, ਜੀ ਕੁਝ ਵੀ ਕਹਿ ਦੋ, ਮੈਂ ਤੁਹਾਡੇ ਤੇ ਕਹਿਦਾ ਵੀ ਜਿਹੜਾ ਮਨਿੰਦਰ ਆ ਜਾਂ ਜਾਸਾ ਵੀ ਯਾਰ ਇਹਦਾ 4 ਲੱਖ ਰੁਪਏ ਦੀ ਡਿਮਾਂਡ ਕਰਦੇ ਨੇ, ਫੇਰ ਆਵਾਂਗੇ, ਇਹਦਾ ਕੀ ਕਲੈਰੀਫਿਕੇਸ਼ਨ ਇਹਦੀ ਦੇਈ ਚੱਲੋ, ਕਹਿਣ ਨੂੰ ਕੀ ਹੈ? ਮੈਂ ਇੰਨਾ ਕੁ ਦੱਸ ਸਕਦਾ, ਪੰਜਾਬ 'ਚ ਜਿੱਥੋਂ ਮਰਜ਼ੀ ਪੁੱਛ ਲਓ ਜੀ, ਜਿੱਥੇ ਮਰਜ਼ੀ ਚਲੇ ਜਾਓ, ਜਸਪਿੰਦਰ ਵੀਰ ਦੇ ਹੱਥ 'ਚ ਜਾਂ ਚਿੱਟਾ ਤਾਂ ਬੜੀ ਦੂਰ ਦੀ ਗੱਲ ਆ, ਕਦੇ ਸ਼ਰਾਬ ਦਾ ਪੈਗ ਨਹੀਂ ਕਿਸੇ ਨੇ ਦੇਖਿਆ ਜੀ, ਵੀਰ ਦਾ ਮੈਂ ਕਦੇ ਟੇਸਟ ਨਹੀਂ ਦੇਖਿਆ। ਨਸ਼ੇ ਦੇ ਸਭ ਤੋਂ ਵੱਧ ਖਿਲਾਫ ਜਸਪਿੰਦਰ ਵੀਰ ਨੇ ਕੰਮ ਕੀਤਾ। ਕਬੱਡੀ ਖਿਡਾਰੀ, ਮੈਂ ਏਸ਼ੀਅਨ 골ਡ ਮੈਡਲਿਸਟ ਆ, ਚੈਂਪੀਅਨਸ਼ਿਪ 7-8 ਇੰਡੀਆ ਦੇ ਮੇਰੇ ਕੋਲ ਮੈਡਲ ਨੇ ਜੀ। ਮੇਰੇ ਪਿਤਾ ਜੀ ਸਪੋਰਟਸਮੈਨ ਸੀ, ਮੈਂ ਸਪੋਰਟਸਮੈਨ ਆ। ਮੈਨੂੰ ਇੱਕੋ ਚੀਜ਼ ਕਰਕੇ ਜਾਣਿਆ ਜਾਂਦਾ, ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਇਹ ਜ਼ਰੂਰ ਦਿਖਾਓ ਲੋਕਾਂ ਨੂੰ ਕਿ ਸਭ ਤੋਂ ਵੱਧ ਜਸਪਿੰਦਰ ਨਸ਼ੇ ਨੂੰ ਨਫ਼ਰਤ ਕਰਦਾ। ਮੇਰੀ ਟੀਮ ਦੇ ਵਿੱਚ ਕੋਈ ਮੁੰਡਾ ਸ਼ਰਾਬ ਨਹੀਂ ਪੀਂਦਾ। ਜੇ ਯੂਥ ਕਾਂਗਰਸ ਦੀ ਟੀਮ ਆ, ਉਹ 'ਚ ਵੀ ਮੈਂ ਸ਼ਰਾਬ ਤੋਂ ਬਿਨਾਂ, ਅਲਕੋਹਲ ਤੋਂ ਬਿਨਾਂ ਮੁੰਡੇ ਰੱਖੇ ਹੋਏ ਨੇ ਵੀ ਨਹੀਂ ਯਾਰ, ਵੀ ਆਪਾਂ ਕੰਮ ਕਰਨਾ, ਲੋਕ ਹਿੱਤਾਂ ਲਈ ਲੜਨਾ। ਸੋ ਹੁਣ ਉਹਨਾਂ ਕੋਲ ਕੋਈ ਰਾਹ ਨਹੀਂ। ਸਿੱਧੂ ਮੂਸੇਵਾਲਾ ਉਹ ਬਾਹੂਬਲੀ ਹੈਗਾ ਸਿੰਗਿੰਗ ਲਾਈਨ 'ਚ, ਸਿਆਸਤ 'ਚ ਆ ਕੇ ਉਹਦਾ ਖੜਕਾ ਨਹੀਂ ਹੋਇਆ ਜੀ। ਸਿਆਸਤ 'ਚ ਆ ਕੇ ਉਹਨੂੰ ਇਹ ਲੱਗਿਆ ਵੀ ਮੈਂ ਪਤਾ ਨਹੀਂ 13-14 ਸੀਟਾਂ ਜਿੱਤ ਦੂੰ। ਉਹਨੂੰ ਉਦੋਂ ਪਤਾ ਲੱਗਿਆ ਵੀ ਮੈਂ ਤਾਂ ਮਾਨਸਾ ਹੀ ਠੋਕ ਰਿਹਾ। ਤੇ ਠੋਕ ਕੌਣ ਰਿਹਾ? ਜਸਪਿੰਦਰ ਵੀਰ ਚਹਿਲ। ਕਿਉਂ ਠੋਕ ਰਿਹਾ? ਲੋਕ ਨਾਲ ਨੇ। ਉਹਨੂੰ ਬਦਨਾਮ ਕਿਵੇਂ ਕਰੀਏ? ਸਾਡੇ ਏਰੀਏ ਦੇ ਹੈਗੇ ਨੇ 1-2 ਬਦਮਾਸ਼ ਲੀਡਰ ਜੀ, ਖੱਬੀ ਖਾਂ ਕਹਾਉਂਦੇ ਨੇ, ਠੀਕ ਆ, ਆਪਣੇ ਆਪ ਨੂੰ ਧਨਾੜ ਪਰਿਵਾਰਾਂ ਦੇ ਪਦੈਸ਼ ਨੇ, ਉਹ ਖੱਬੀ ਖਾਂ ਕਹਾਉਂਦੇ ਨੇ ਵੀ ਸਾਡੇ ਨਾਲ ਹੀ ਸਿਸਟਮ ਚੱਲਦਾ ਗਾ। ਨਾਮ ਲੈਣਾ ਚਾਹੋਗੇ? ਨਹੀਂ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਕਿਉਂ? ਮੈਂ ਆਪਣੀ ਜ਼ਬਾਨ ਤੋਂ ਨਾਂ ਰੱਖਣਾ ਨਹੀਂ ਚਾਹੁੰਦਾ, ਠੀਕ ਹੈ, ਵੀ ਅਸੀਂ ਵੀ ਆ ਸਾਰਾ ਕੁਝ। ਉਹਨਾਂ ਨੇ ਕਿਹਾ ਵੀ ਇਹਨੂੰ ਯਾਰ ਐ ਨਹੀਂ ਆਪਾਂ ਠੋਕ ਸਕਦੇ, ਨਸ਼ੇ ਨੁਸ਼ੇ ਵਾਲੇ ਇਲਜ਼ਾਮ ਜੇ ਲਾਦਾ, ਤੇਰੇ ਪੇਜ ਜੇ ਵਾਹਵਾ ਚੱਲਦੇ ਨੇ, ਤੇਰਾ ਇੰਸਟਾਗ੍ਰਾਮ ਤੇ ਲੱਖਾਂ ਤੇਰੇ ਫੋਲੋਅਰਸ ਨੇ, ਜਾਂ ਤੂੰ ਪਾਏਗਾ ਲੋਕ ਗੰਦਲੇ ਆਪੇ ਗੰਦਲਾ ਹੋ ਜਾਊਗਾ ਜੀ। ਤੁਸੀਂ ਯਕੀਨ ਕਰੋਗੇ, ਸਾਰੇ ਪੇਜਾਂ ਤੋਂ ਮੈਨੂੰ ਉਹਨੇ ਕਾਲਾਂ ਕਰਾਈਆਂ ਨੇ। ਸੋ ਮੈਂ ਇੰਸਟਾਗ੍ਰਾਮ ਦਿਖਾਊਂਗਾ, ਕਾਲਾਂ ਆਈਆਂ ਤੁਹਾਨੂੰ? ਹਾਂ, ਇੰਸਟਾਗ੍ਰਾਮ ਵੀ ਦਿਖਾ ਦਿੰਦਾ। ਕਾਲਾਂ ਪੈਕ ਕੀਤੀਆਂ ਤੁਸੀਂ? ਨਹੀਂ, ਮੈਂ ਕਿਉਂ ਕਰਨਾ, ਮੇਰਾ ਦਿਮਾਗ ਹਿੱਲਿਆ। ਮੈਨੂੰ ਇੱਕ ਅਮਰੀਕਾ ਤੋਂ 2-3 ਮੈਂ ਸੁਣੀਆਂ, ਤੁਸੀਂ ਕਿਉਂ ਲੜ ਰਹੇ ਹੋ, ਸਿੱਧੂ ਨੂੰ ਮੌਕਾ ਦਿਓ, ਉਹ ਨੌਜਵਾਨ ਆ। ਮੈਂ ਕਿਹਾ ਮੈਂ ਕਿਹੜਾ ਬਜ਼ੁਰਗ ਆ, ਮੈਂ ਵੀ ਨੌਜਵਾਨ ਆ, ਠੀਕ ਹੈ। ਮੈਂ ਕਿਹਾ ਜੇ ਇੰਨਾ ਫਿਕਰ ਆ, USA ਨੂੰ ਛੱਡ ਕੇ ਕਾਕਾ ਜੀ ਇੱਥੇ ਆਓ, ਲੋਕਾਂ 'ਚ ਰਹੋ, ਵੋਟ ਪਾ ਦਿਓ ਸਿੱਧੂ ਨੂੰ ਜਦੋਂ ਕੰਮ ਕਰੇ ਨੇ, ਤੇ ਮੈਨੂੰ ਕੀ ਤਰ੍ਹਾਂ ਜਾ ਇੱਥੇ ਬੈਠੇ ਸੁਝਾਅ ਦੇਈ ਜਾਂਦੇ ਹੋ। ਸੋ ਡਿਸਟਰਬ ਕਰਦੇ ਨੇ ਲੋਕ ਬਿਨਾਂ ਮਤਲਬ, ਠੀਕ ਹੈ, ਕਿਉਂਕਿ ਇਹਨਾਂ ਦੇ ਗਰੁੱਪ ਬਣੇ ਨੇ, ਲੋਕ ਜੁੜੇ ਨੇ, ਨਾਮ ਵੱਡਾ ਗਾ। ਮੇਰੀ ਔਕਾਤ ਕੀ ਆ? ਜ਼ਿਲ੍ਹੇ ਦੀ, ਹਲਕੇ ਦੀ। ਇਹ ਦੁਨੀਆ 'ਚ ਫੇਮਸ ਇਨਸਾਨ ਆ। ਇਹਨੇ ਇੰਸਟਾਗ੍ਰਾਮ ਤੇ ਮੈਸੇਜ, ਇੱਧਰੋਂ ਮੈਸੇਜ, ਵੀ ਉਹਨੂੰ ਉਹ ਕੀਤਾ ਜਾਵੇ, ਵੀ ਉਹਨੂੰ ਪਰੇਸ਼ਾਨ ਕੀਤਾ ਜਾਵੇ। ਸੋ ਮੈਂ ਦਿਖਾ ਦੂੰ, ਪੜ੍ਹ ਲਿਓ। ਉਹ ਗੰਦ ਲਿਖਦੇ ਨੇ, ਰਹੇ ਰੱਬ ਦਾ ਨਾਂ, ਠੀਕ ਹੈ। ਕਹਿਣ ਦਾ ਮਤਲਬ ਡਿਸਟਰਬ ਹੋ ਚੁੱਕੇ ਨੇ, ਕੋਈ ਹੱਲ ਨਹੀਂ, ਜਿੱਤ ਦਿਸ ਨਹੀਂ ਰਹੀ। 13 ਸੀਟਾਂ ਜਿੱਤਣ ਨੂੰ ਫਿਰਦਾ ਸੀ, ਆਪ ਦੀ ਬੂਥ ਲੱਗਣ ਦੀ ਹੋਈ ਪਈ ਆ, ਠੀਕ ਹੈ। ਹੁਣ ਮੈਨੂੰ ਕਿਸੇ ਤਰੀਕੇ ਨਾਲ ਤਾਂ ਰੋਕਣਾ, ਸਰਕਾਰੀ ਤਾਕਤ ਸਾਰੀ ਝੋਕਤੀ ਮੈਨੂੰ ਰੋਕਣ ਲਈ ਜੀ, ਸਾਰੀ ਝੋਕਤੀ, ਠੀਕ ਹੈ। ਸਰਕਾਰ ਉਹਨਾਂ ਦੇ ਪੱਖ 'ਚ ਖੜਦੀ ਹੈ? ਸਰਕਾਰ ਹਾਂ ਕਰ ਰਹੀ ਹੈ ਕੰਮ ਉਹਨਾਂ ਦੇ। ਜਸਪਿੰਦਰ ਦੇ ਖਿਲਾਫ ਹੈ? ਖਿਲਾਫ ਹੀ ਮੰਨ ਲਓ ਜੇ ਮੇਰੀ ਸੁਣੀ ਨਹੀਂ ਜਾਂਦੀ। ਤੁਸੀਂ ਇੱਕ ਪਾਰਟੀ ਦੇ ਲੀਡਰ ਹੋ, ਯੂਥ ਦੇ, ਤੁਹਾਡੀ ਸਰਕਾਰ, ਤੁਹਾਡੀ ਪਾਰਟੀ ਸਰਕਾਰ ਤੁਹਾਡੇ ਖਿਲਾਫ? ਪਾਰਟੀ ਨਹੀਂ ਮੈਂ ਕਹਿ ਸਕਦਾ, ਸਰਕਾਰ ਦੀ ਗੱਲ ਚੱਲ ਰਹੀ ਹੈ, ਠੀਕ ਹੈ। ਹੋ ਸਕਦਾ ਮੇਰੀ 1-2 ਲੀਡਰਾਂ ਨਾਲ ਨਾ ਬਣਦੀ ਹੋਵੇ, ਉਹ ਤਾਕਤ 'ਚ ਹੋਣਾ ਇਸ ਟਾਈਮ, ਤੇ ਉਹਨੂੰ ਦਿਸਦਾ ਹੋਵੇ ਵੀ ਜੇ ਜਸਪਿੰਦਰ ਅੱਗੇ ਆਊਗਾ ਸਾਡੇ ਲਈ ਸਿਰਦਰਦੀ ਬਣੂਗਾ, ਠੀਕ ਹੈ ਨਾ, ਤੇ ਤਾਕਤ ਉਹਨਾਂ ਕੋਲ ਹੋਵੇ ਅੱਜ ਦੀ ਘੜੀ, ਤੇ ਉਹ ਤਾਕਤ ਵਰਤਦੇ ਨੇ ਮੈਨੂੰ ਰੋਕਣ ਲਈ, ਮੈਨੂੰ ਠੋਕਣ ਲਈ। ਸੋ ਕੋਈ ਫਰਕ ਨਹੀਂ ਪੈਂਦਾ ਤਾਕਤਾਂ ਦਾ। ਇਹ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ, ਜ਼ਰੂਰ ਦਿਖਾਇਓ ਇਹ ਗੱਲ ਜੀ। ਜਸਪਿੰਦਰ ਵੀਰ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਜੀ। ਕਿਉਂ ਨਹੀਂ ਰੋਕ ਸਕਦੀ? ਇਹਨਾਂ ਕੋਲ ਉਨੀ ਤਾਕਤ ਨਹੀਂ ਹੈਗੀ ਜਿੰਨੀ ਮੈਂ ਜ਼ੁਲਮ ਹੰਡਾ ਚੁੱਕਿਆ ਜੀ। ਇਹ ਉਹਨਾਂ ਮੈਨੂੰ ਪਰੇਸ਼ਾਨ ਨਹੀਂ ਕਰ ਸਕਦੇ ਜਿੰਨਾ ਮੈਂ ਜ਼ੁਲਮ ਲੋਕਾਂ ਲਈ ਹੰਡਾ ਚੁੱਕਿਆ, ਆਪਣੇ ਪਿੰਡ ਵਾਲੇ ਸਰਪੰਚਾਂ ਲਈ, ਐਮਸੀਆਂ ਲਈ ਜਿੰਨਾ ਮੈਂ ਹੰਡਾ ਚੁੱਕਿਆ। ਮੈਂ 1 ਸਾਲ ਜੇਲ੍ਹ ਕੱਟ ਚੁੱਕਿਆ, ਸੁਖਵੀਰ ਸਿੰਘ ਬਾਦਲ ਦੇ ਖਿਲਾਫ ਲੜਾਈ ਲੜਦਾ 1 ਸਾਲ ਜੇਲ੍ਹ ਕੱਟ ਚੁੱਕਿਆ, ਟੌਰਚਰ ਹੋ ਚੁੱਕਿਆ, ਠੀਕ ਹੈ। ਜਿਹਨੂੰ ਇਹ ਕਹਿੰਦਾ ਵੀ 302 ਚ ਅੰਦਰ ਗਿਆ, ਉਹਨੇ ਤੁਹਾਨੂੰ ਕਿਹਾ ਕਾਤਲ ਤੱਕ ਦਾ ਸ਼ਬਦ ਕਾਤਲ। ਉਹ 302 ਦਾ ਪਰਚਾ ਜਿਹੜਾ ਮੇਰੇ ਤੇ ਪਾਇਆ ਸੀ, ਹਾਂਜੀ, ਉਹਨੇ ਇਹ ਤਾਂ ਕਹਿਤਾ, ਪਰ ਉਹ ਲੜਾਈ ਲੜਦੇ ਮੇਰੇ ਤੇ ਕੀ ਬੀਤੀ, ਕਿੰਨੇ ਮੇਰੇ ਪਰਿਵਾਰ ਤੇ ਪਰਚੇ ਪਏ, ਕਿੰਨਾ ਮਰੇ ਕੋਈ, ਠੀਕ ਹੈ, ਲੜਾਈ ਕੋਈ ਲੜੇ ਤੇ ਜਸਪਿੰਦਰੋਂ ਚ ਫਸਦਾ, ਇਹ ਕਿਸੇ ਨੇ ਸੋਚਿਆ? ਮੇਰੇ ਪ੍ਰੂਫ ਨੇ ਮੇਰੇ ਨਾਲ, ਜਿਹੜੇ 4-5 ਇਸ ਟਾਈਮ ਸਰਪੰਚ ਵੀ ਖੜਾ, ਪੂਰੀ ਪੰਚਾਇਤ ਖੜੀ ਹੈ ਪਿੰਡ ਦੀ। ਹੁਣ ਮੈਂ ਤੁਹਾਡੇ ਸਾਹਮਣੇ ਜੇ ਕਹੋ ਤਾਂ ਉਰੇ ਵੀ ਬੁਲਾ ਲੈਣਾ, ਮੈਂ ਕੈਮਰੇ 'ਚ ਦਿਖਾ ਦਿੰਨੇ ਆ। ਸਸਪੈਂਡ ਕਰਿਆ ਸਾਨੂੰ ਸਰਪੰਚੀ ਨੂੰ, ਲੜਾਈ ਲੜਦੇ ਮੇਰੇ ਤੇ ਅਟੈਕ ਹੋਇਆ, ਗੋਲੀਆਂ ਚੱਲੀਆਂ, ਠੀਕ ਹੈ। ਇਹ ਅਕਾਲੀ ਦਲ ਦਾ ਤਾਨਾਸ਼ਾਹ ਰਾਜ ਸੀਗਾ। ਲੜਾਈ ਲੜਦੇ ਕਿਸੇ ਨਾਲ ਲੜਾਈ ਆ, ਮਰਦਾ ਕੋਈ ਤਾਂ ਜਸਪਿੰਦਰੋਂ ਚ ਪੈਂਦਾਗਾ।
ਜਸਪਿੰਦਰ ਨੂੰ ਘੜੀਸਦੇ ਨੇ ਕਮਜ਼ੋਰ ਕਰਨ ਲਈ ਵੀ ਜੁਆਇਨ ਕਰ, ਨਹੀਂ ਤੈਨੂੰ ਠੋਕਾਂਗੇ, ਤੇਰੇ ਮੰਮੀ ਦੀ ਬਦਲੀ ਕਿਤੇ ਕਰਾਂਗੇ, ਮੰਮਾ ਮੇਰੇ ਟੀਚਰ ਸੀਗੇ, ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ। ਇਸ ਹੱਦ ਤੱਕ ਮਜਬੂਰ ਕੀਤਾ। ਮੈਂ ਜ਼ੁਲਮ ਸਹਿਆਗਾ, ਕਿਉਂਕਿ ਮੈਂ ਕਿਉਂ ਜ਼ੁਲਮ ਸਹਿਆ, ਮੈਂ ਠੋਕ ਕੇ ਲੜਾਈ ਲੜੀ ਆ ਹਰਸਿਮਰਤ ਬੀਬਾ ਦੇ ਖਿਲਾਫ ਇੱਥੇ, ਠੀਕ ਹੈ, ਯੂਥ ਆਗੂ ਹੋਣ ਦੇ ਨਾਤੇ। ਠੀਕ ਹੈ। ਇਹ ਪਿੰਡਾਂ ਚੋਂ ਕਦੇ ਵੋਟ ਨਹੀਂ ਵਧੀ ਅਕਾਲੀ ਦਲ ਦੀ ਜੀ, ਮੇਰੇ ਪਿੰਡਾਂ ਚੋਂ, ਤੇ ਉਹਨਾਂ ਨੂੰ ਤਕਲੀਫ ਆ। ਕਦੇ ਸਰਪੰਚ ਦੀ ਬਣ ਦਿੱਤਾ ਮੈਂ ਅਕਾਲੀ ਦਲ ਦਾ ਆਪਣੇ ਪਿੰਡਾਂ ਚੋਂ, ਤਕਲੀਫ ਆ ਉਹਨਾਂ ਨੂੰ। ਲੜਾਈਆਂ ਲੜਨੀਆਂ ਪੈਂਦੀਆਂ ਨੇ, ਲੜਾਈਆਂ ਲੜਦੇ ਲੜਦੇ, ਹੱਕਾਂ ਦੀ ਲੜਾਈ ਲੜਦੇ ਲੜਦੇ ਮਰਿਆ ਵੀ ਜਾਂਦਾ ਤੇ ਮਾਰਿਆ ਵੀ ਜਾਂਦਾ, ਕੁਝ ਵੀ ਹੋ ਸਕਦਾ। ਇਹ ਤਾਂ ਸਾਡੇ ਗੁਰੂ ਪੀਰ ਵੀ ਕਹਿ ਗਏ ਵੀ ਹੱਕ ਨਹੀਂ ਛੱਡਣਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈ ਲੜੀ ਕਿ ਨਹੀਂ ਲੜੀ ਜੀ, ਸ਼ਹੀਦ ਹੋਏ, ਕਿੰਨਿਆਂ ਨੂੰ ਠੋਕਿਆ, ਕਾਹਦੇ ਲਈ? ਆਪਣੇ ਹੱਕਾਂ ਲਈ। ਮੈਂ ਨਹੀਂ ਕਹਿੰਦਾ ਵੀ ਤਲਵਾਰਾਂ ਚੱਕ ਕੇ ਅਸੀਂ ਤੁਰੇ ਫਿਰਦੇ ਆ, ਅਸੀਂ ਰਫਲਾ ਚੱਕ ਕੇ ਤੁਰੇ ਫਿਰਦੇ ਆ, ਮੈਂ ਤਾਂ ਕਦੇ ਕਿਹਾ ਹੀ ਨਹੀਂ। ਹਾਲਾਂਕਿ ਗਾਇਕੀ 'ਚ ਰਿਵਾਲਵਰ, ਗੁੰਡਾਗਰਦੀ, ਗਾਲ ਪ੍ਰਮੋਟ ਉਹ ਕਰਦਾਗਾ ਜਿਹੜਾ ਮੈਨੂੰ 302 'ਚ ਦੱਸਦਾ, ਤੇ ਉਹ ਬਿਨਾਂ ਗਾਲ ਤੋਂ ਗੱਲ ਹੀ ਨਹੀਂ ਕਰਦਾ, ਬਿਨਾਂ ਉਹਦੇ ਤੋਂ ਪਿਸਟਲ ਤੋਂ, ਬਿਨਾਂ ਰਿਵਾਲਵਰ ਤੋਂ ਉਹ ਸੁਪਨੇ ਹੀ ਹੋਰ ਦੇਖਦਾ। ਉਹਨੂੰ ਸਮਝਾਓ ਵੀ ਭਾਈ ਸਾਹਿਬ ਆ ਫਿਲਮੀ ਦੁਨੀਆ ਛੱਡ ਕੇ ਨਾ ਧਰਤੀ ਤੇ ਆ। ਮਾਮਾ ਦੇ ਪੁੱਤ ਮਰੀ ਜਾਂਦੇ ਨੇ, ਸਿਆਸਤਾਂ ਦੀ ਬਲੀ ਦੇ ਵਿੱਚ ਜ਼ਮੀਨਾਂ ਵਿਕ ਗਈਆਂ, ਸਿਆਸਤਾਂ ਦੀ ਬਲੀ ਦੇ ਵਿੱਚ ਨਾ ਕਹਿੰਦੇ ਕਹੁੰਦੇ ਪਰਿਵਾਰ ਠੁੱਕ ਗਏ, ਮਾਮਾ ਪੁੱਤਾਂ ਨੂੰ ਤਰਸ ਗਈਆਂ ਨਸ਼ਿਆਂ ਦੇ ਵਪਾਰ 'ਚ। ਠੀਕ ਹੈ, ਆ ਆਪਣੀ ਗੰਦੀ ਸਿਆਸਤ ਛੱਡ ਕੇ ਨਾ ਲੋਕਾਂ 'ਚ ਉਤਰੇ। ਲੋਕਾਂ ਨੇ ਪਿਆਰ ਦਿੱਤਾ ਤਾਂ ਐਮਐਲਏ ਬਣ ਜੂ। ਮੇਰੇ ਪਿਆਰ ਦਾ ਪ੍ਰੂਫ ਇੱਕੋ ਹੀ ਆ, ਤੁਸੀਂ ਮੇਰੀ ਰੈਲੀ ਦੇਖ ਲਿਓ ਜਿਹੜੀ ਚੱਲੀ ਆ। ਮੀਂਹ ਪੈਂਦੇ 'ਚ 8000 ਬੰਦਾ ਨੇ ਮੈਨੂੰ ਸੁਣਿਆ। ਮੈਂ ਕੋਈ ਖੱਬੀ ਖਾਂ ਲੀਡਰ ਨਹੀਂ ਬਾਈ ਜੀ, ਮੈਂ ਇੱਕ ਸਧਾਰਨ ਪਰਿਵਾਰ ਦਾ ਮੁੰਡਾ, ਆਮ ਪਰਿਵਾਰ 'ਚ ਉੱਠ ਕੇ ਆਇਆ, ਤੇ 8000 ਬੰਦਾ ਮੈਨੂੰ ਸੁਣ ਰਿਹਾ, ਮੀਂਹ ਪੈਂਦੇ 'ਚ ਸੁਣ ਰਿਹਾ। ਇਸ ਤੋਂ ਵੱਧ ਯਾਰ ਪ੍ਰੂਫ ਕੀ ਹੋ ਸਕਦਾ ਲੋਕਾਂ ਦਾ? ਸਿੱਧੂ ਮੂਸੇਵਾਲਾ ਦੇ ਪਾਰਟੀ ਸ਼ਾਮਲ ਹੋਣ ਤੋਂ ਪਹਿਲਾਂ ਘਰੇ ਗਏ ਹੋ, ਇੱਕ ਗੱਲ ਆਈ ਹੈ ਕਿ ਬੜੇ ਚਿੱਟੇ ਕੁੜਤੇ ਪਜਾਮੇ ਜਿਹੜੇ ਪਾ ਕੇ ਫਿਰਦੇ ਆ, ਮੇਰੇ ਘਰੇ ਆਉਂਦੇ ਰਹੇ ਆ। ਕੀ ਗਏ ਹੋ ਘਰੇ? ਬਹੁਤ ਲੀਡਰ ਜਾਂਦੇ ਹੋਣਗੇ ਬਾਈ ਜੀ ਉਹਦੇ। ਮੈਂ ਤਾਂ ਜ਼ਿੰਦਗੀ 'ਚ ਇੱਕ ਵਾਰ ਉਹਦੇ ਘਰੇ ਗਿਆ, ਉਹ ਵੀ 3.5 ਸਾਲ ਹੋ ਗਏ ਹੋਣਗੇ। ਠੀਕ ਹੈ, ਮੈਂ ਉਹਨੂੰ ਕਦੇ ਮਿਲਿਆ ਨਹੀਂ, ਕਦੇ ਨੰਬਰ ਨਹੀਂ ਲਿਆ, ਨਾ ਉਹਨੇ ਮੇਰਾ ਕਦੇ ਨੰਬਰ ਲਿਆ ਨਾ। ਉਹ ਇੱਕ ਸਾਡੇ ਜ਼ਿਲ੍ਹੇ ਦਾ ਲੀਡਰ ਸੀਗਾ ਜੀ, ਠੀਕ ਹੈ, ਉਹ ਗਿਆ ਸੀ, ਮੈਂ ਉਹਦੇ ਨਾਲ ਗਿਆ ਸੀਗਾ। ਠੀਕ ਹੈ, ਉਹ ਆਪਣੀ ਮੀਟਿੰਗ ਕਰਨ ਗਿਆ ਸੀ, ਮੈਂ ਬਾਹਰ ਬੈਠਾ ਸੀ, ਉਹਨੇ ਆਪਣੀ ਮੀਟਿੰਗ ਕੀਤੀ ਜੀ। ਠੀਕ ਹੈ, ਬਸ ਉਸ ਤੋਂ ਬਾਅਦ ਨਾ ਕਦੇ ਰਾਬਤਾ, ਨਾ ਕੋਈ ਗੱਲ, ਨਾ ਕੋਈ ਬਾਤ, ਨਾ ਉਹਨੇ ਮੈਂ ਉਹਨੂੰ ਕਦੇ ਮਿਲਿਆ, ਨਾ ਮੈਨੂੰ ਕਦੇ ਉਹ ਮਿਲਿਆ। ਠੀਕ ਹੈ, ਔਨ ਰਿਕਾਰਡ ਆ, ਪ੍ਰਮਾਤਮਾ ਨੂੰ ਯਾਦ ਕਰਕੇ ਮੈਂ ਗੱਲ ਕਹਿ ਰਿਹਾ। ਠੀਕ ਹੈ, ਨਾ ਮੈਂ ਝੂਠ ਬੋਲਾ, ਨਾ ਮੈਨੂੰ ਉਹਦੀ ਜ਼ਰੂਰਤ ਆ, ਮੈਂ ਵੀ ਕਹਿ ਸਕਦਾ ਸੀ ਮੈਂ ਨਹੀਂ ਗਿਆ। ਠੀਕ ਹੈ, ਕਿਹੜਾ ਕੋਈ ਪ੍ਰੂਫ ਕਰ ਸਕਦਾ? ਠੀਕ ਹੈ, ਪਰ ਮੇਰੀ ਉਹਦੇ ਲਈ ਆਦਤ ਨਹੀਂ ਹੈਗੀ ਬਿਨਾਂ ਗੱਲ ਤੋਂ ਮੈਂ ਕਹੀ ਚੱਲਾਂ। ਹਾਂ, ਮੈਂ ਇਲਜ਼ਾਮ ਉਹ ਲਾਊਂ ਜਿਹੜਾ ਮੈਂ ਦੇਖਿਆ ਹੋ। ਮੈਂ ਉਹਨੂੰ ਕਹਿੰਦਾ ਵੀ ਸਿੱਧੂ ਮੂਸੇਵਾਲਾ ਚਿੱਟੇ ਦਾ ਵਪਾਰੀ ਆ, ਸਿੱਧੂ ਮੂਸੇਵਾਲਾ ਜੇ ਕਰਦਾ ਉਹ ਕਰਦਾ, ਉਹ ਗੱਲਾਂ ਦੇ ਉਹ ਕੋਈ ਲੌਜਿਕ ਹੀ ਨਹੀਂ, ਕੋਈ ਲੜਾਈ ਹੋਈ ਨਹੀਂ। ਠੀਕ ਹੈ, ਮੇਰੀ ਲੜਾਈ ਇਹ ਹੈ ਹੀ ਨਹੀਂ। ਸਿੱਧੂ ਮੂਸੇਵਾਲਾ ਉਹ ਸਿੰਗਰ ਹੋਊ, ਤਾਕਤਵਰ ਹੋਊ, ਆਪਣੇ ਘਰ ਹੋਊ, ਮੇਰੀ ਲੜਾਈ ਤਾਂ ਆਪਣੇ ਹੱਕ ਨੂੰ ਆ। ਲੋਕਾਂ ਦੀ ਲੜਾਈ ਲੜ ਰਿਹਾ। ਕਿਵੇਂ ਆਪਣੀ ਪਾਰਟੀ 'ਚ ਇੱਕ ਚੰਗਾ ਬੰਦਾ ਲੈ ਕੇ ਆਉਣਾ, ਕਿਵੇਂ? ਮੈਂ ਤਾਂ ਇਹ ਕਹਿਣਾ ਵੀ ਇੱਕ ਚੰਗੇ ਬੰਦੇ ਨੂੰ ਟਿਕਟ ਦਿਓ, ਇੱਕ ਸਹੀ ਇਨਸਾਨ ਨੂੰ ਟਿਕਟ ਦਿਓ, ਜਿਹੜਾ ਲੋਕਾਂ ਲਈ ਖੜਾ, ਲੋਕਾਂ ਲਈ ਅੜਦਾ, ਲੋਕਾਂ ਲਈ ਮਰਦਾ। ਜੇ ਉਹ ਮੁੰਡਿਆਂ ਜਿਹੜੇ ਸੁਪਨੇ ਦੇਖਦੇ ਨੇ, ਜੇ ਉਹ ਮੁੰਡੇ ਕਿਤੇ ਨਾ ਕਿਤੇ ਡੀਮੋਰਲਾਈਜ਼ ਹੋ ਜਾਣ ਵੀ ਯਾਰ ਅਸੀਂ ਮਿਹਨਤ ਕਰਦੇ ਰਹੇ, ਹੱਕ ਤਾਂ ਕੋਈ ਹੋਰ ਲੈ ਗਿਆ ਜੀ। ਠੀਕ ਹੈ, ਤੇ ਫਿਰ ਅੱਗੇ ਨਾ ਜਿਹੜੀ ਜਨਰੇਸ਼ਨ ਆ ਉਹ ਨਹੀਂ ਵੱਧਦੀ। ਮੇਰੀ ਦੀ ਲਾ ਲਓ, ਅੱਜ ਟਿਕਟ ਮੇਰੀ ਕੱਟ ਕੇ ਉਹਨੂੰ ਦੇ ਦੇਣਾ, ਮੇਰੀ ਕੱਟ ਕੇ ਸਿੱਧੂ ਮੂਸੇਵਾਲੇ ਨੂੰ ਟਿਕਟ ਮਿਲ ਜੇ। ਜਿਹੜੀ ਮੇਰੀ 7-8000 ਬੰਦੇ ਦਾ ਇਕੱਠ ਆਇਆ ਜੀ, ਉਹ ਚੋਂ 3-4000 ਤਾਂ ਮੈਨੂੰ ਚਲੋ ਮੰਨ ਲਓ, 2000 ਤਾਂ ਹੋਊ ਮੇਰਾ ਜੀ। 8 ਛੱਡੋ, 7 ਛੱਡੋ, 6 ਛੱਡੋ, ਤੁਸੀਂ 2 ਹੀ ਮੰਨ ਲਓ, ਇਹ ਹਲਕੇ 'ਚ 2 ਤਾਂ ਮੇਰਾ ਹੋਊ ਜੀ। 2000 ਬੰਦਾ ਪਰਿਵਾਰ 'ਚ ਗੱਲ ਨਹੀਂ ਕਰੂਗਾ ਕਿ ਉਹ 5-7 ਵੋਟ ਨੂੰ ਕਹੂਗਾ ਨਹੀਂ ਵੀ ਯਾਰ ਜਵਾਕ ਦਾ ਹੱਕ ਮਾਰਤਾ। ਠੀਕ ਹੈ, ਮੈਸੇਜ ਕਿੰਨਾ ਮਾੜਾ ਜਾਊਗਾ। ਕੋਈ ਮੁੜ ਕੇ ਭਰੋਸਾ ਕਰੂ? ਕੋਈ ਕਰੂ ਭਰੋਸਾ ਵੀ ਘਰ ਲਾਉਣ ਦਾ, ਜੇਲਾ ਕੱਟਣ ਦਾ ਕੀ ਫਾਇਦਾ? ਕੋਈ ਵੀ ਆ ਕੇ ਤੁਹਾਡਾ ਹੱਕ ਲਿਜਾ ਸਕਦਾ। ਮੇਰਾ ਇੱਕੋ ਹੀ ਸੁਨੇਹਾ, ਮੇਰੀ ਇਹ ਬਗਾਵਤ ਜਿਹੜੀ ਮੈਂ ਕਰੀ ਆ, ਸਿੱਧੂ ਮੂਸੇਵਾਲਾ ਨਾ ਸੀ ਨਾ ਹੈ ਮੇਰੇ ਲਈ। ਠੀਕ ਹੈ, ਉਹ ਫੇਮ ਕਲਾਕਾਰੀ 'ਚ ਹੋ, ਬੜੀ ਦੁਨੀਆ ਆਈ ਆ, ਬੜੀ ਗਈ ਆ। ਠੀਕ ਹੈ, ਉਹਨੇ ਥਾਪੀਆਂ ਬਾਈ ਜੀ ਸਟੇਜਾਂ ਤੋਂ ਮਾਰਨੀਆਂ ਨੇ, ਮੈਂ ਗਰਾਊਂਡ 'ਚ ਮਾਰੀਆਂ ਹੋਈਆਂ ਨੇ ਜੀ। ਮੈਂ ਗਰਾਊਂਡ 'ਚ ਥਾਪੀਆਂ ਮਾਰੀਆਂ ਨੇ। ਠੀਕ ਹੈ, ਮੈਂ ਕਬੱਡੀ ਦਾ ਖਿਡਾਰੀ ਹਾਂ। ਠੀਕ ਹੈ, ਇਹ ਗੱਲਾਂ ਬੜੀਆਂ ਛੋਟੀਆਂ ਨੇ। ਬਦਮਾਸ਼ੀ ਵਾਲਾ ਜਿਹੜਾ ਉਹਦੇ ਕੀੜਾ ਗਾ, ਇਹ ਸਮਾਜ ਨੂੰ ਗੰਦਲਾ ਕਰਦਾ, ਖਰਾਬ ਕਰਦਾ। ਅਸੀਂ ਹੰਢਾ ਚੁੱਕੇ ਹਾਂ। ਠੀਕ ਹੈ, ਸਾਡੇ ਤੇ ਉਹ ਵਕਤ ਲੰਘ ਚੁੱਕੇ ਨੇ, ਸਾਨੂੰ ਮਾਰਿਆ ਗਿਆ, ਅਸੀਂ ਉਹ 'ਚੋਂ ਨਿਕਲੇ ਹੋਏ ਲੋਕ ਹਾਂ। ਅਸੀਂ ਦੋਨੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਵੀ ਨੌਜਵਾਨੀ ਲਈ ਕੀ ਕਰਨਾ। ਜਿਹੜਾ ਲੋਕਾਂ 'ਚ ਵਿਚਰਦਾ ਉਹ ਕਿਹੜਾ ਲੀਡਰ ਹੈਗਾ? ਮੈਂ ਨਹੀਂ ਕਹਿੰਦਾ ਮੈਂ ਆ, ਕੋਈ ਹੋਰ ਦੇ ਦਿਓ ਯਾਰ, ਕੋਈ ਚੰਗਾ ਬੰਦਾ ਅੱਗੇ ਆ ਜੇ। ਠੀਕ ਹੈ, ਸਿੱਧੂ ਹੀ ਕਿਉਂ? ਸਿੱਧੂ ਹੀ ਕਿਉਂ? ਐਸਾ ਕੀ ਕਰਤਾ ਉਹਨੇ ਵੀ ਸਿੱਧੂ ਮੂਸੇਵਾਲਾ ਹੀ ਇੱਥੇ ਚੇਂਜ ਲੈ ਕੇ ਆ ਸਕਦਾ, ਹੋਰ ਕੋਈ ਦੁਨੀਆ 'ਚ ਬੰਦਾ ਹੀ ਨਹੀਂ। ਸੋ ਉਹ ਸਿੰਗਰ ਆ, ਵੱਡਾ ਨਾਮ ਆ, ਉਹ ਆਪਣੇ ਕਿੱਤੇ ਲੱਗਿਆ ਹੋਇਆ ਲੱਗੀ ਜਾਵੇ। ਹਾਂ, ਟਿਕਟ ਲੈ ਕੇ ਆਵੇ, ਲੜੇ ਚੋਣ। ਮੈਂ ਤਾਂ ਆਪਣੀ ਹੱਕ ਦੀ ਲੜਾਈ ਲੜਨੀ, ਮੈਂ ਤਾਂ ਲੜਦਾ ਰਹੂੰਗਾ। ਜਿੱਦਣ ਸਿੱਧੂ ਮੂਸੇਵਾਲਾ ਸ਼ਾਮਲ ਹੁੰਦੇ ਆ, ਤੁਸੀਂ ਦੇਖੀ ਹੋਣੀ ਆ ਤਸਵੀਰ, ਪੰਜਾਬ ਭਵਨ ਦੀ ਤਸਵੀਰ, ਜਦੋਂ ਸਿੱਧੂ ਮੂਸੇਵਾਲਾ ਵਿੱਚ ਬੈਠਦੇ ਆ,
ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੈਠਦੇ ਤੇ ਇੱਕ ਪਾਸੇ ਨਵਜੋਤ, ਜਾਣੀ ਕਿ ਨਵਜੋਤ ਮੂਸੇਵਾਲਾ ਨੂੰ ਪੂਰੀ ਇੱਜ਼ਤ ਦੇ ਕੇ ਬਿਠਾਇਆ ਜਾਂਦਾ ਤੇ ਉਹ ਤਸਵੀਰ ਨਹੀਂ, ਉਹ ਲੱਗਦੇ ਨਹੀਂ ਕਿ ਫਿਰ ਤੁਹਾਡਾ ਉਹਨਾਂ ਨਾਲ ਕੀ ਮੁਕਾਬਲਾ, ਜਿਹਨੂੰ ਇੱਕ ਸੀਐਮ ਤੇ ਇੱਕ ਪ੍ਰਧਾਨ ਵਿਚਾਲੇ ਬਾਹਰ ਰਹੇ ਆਪਣੇ। ਬਾਈ ਜੀ ਇਹੀ ਤਾਂ ਮੈਂ ਗੱਲ ਕਹਿ ਰਿਹਾ, ਮੇਰਾ ਉਹਦੇ ਨਾਲ ਕੋਈ ਮੁਕਾਬਲਾ ਨਹੀਂ, ਮੇਰੀ ਕੋਈ ਔਕਾਤ ਨਹੀਂ। ਹਾਂਜੀ। ਤੇ ਮੇਰੀ ਆਦਤ ਰਹੀ ਹੈ ਵੀ ਮੈਂ ਝੁਕ ਨਹੀਂ ਸਕਦਾ। ਝੁਕਣ ਦਾ ਮਤਲਬ ਮੈਂ ਲੋਕਾਂ ਅੱਗੇ ਜ਼ੁਲਮ ਦੇ, ਜਿੱਥੇ ਜ਼ੁਲਮ ਹੁੰਦਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਮੈਂ ਸਰੈਂਡਰ ਨਹੀਂ ਕਰ ਸਕਦਾ ਜੀ। ਹੋਰ ਸਾਰੇ ਲੀਡਰ ਕਰੀ ਗਏ ਸਾਡੇ ਮਾਨਸਾ ਦੇ ਜੀ, ਜਿਹੜੇ ਆਪ ਚੈੱਕ ਬਣਦੇ ਸੀ, ਉਹਨਾਂ ਨੇ ਕੋਈ ਗੱਲ ਹੀ ਨਹੀਂ ਕਹੀ ਵੀ ਕਿਉਂ ਸਾਥੋਂ ਚੈੱਕ ਹੋ ਕੇ ਇਹਨੂੰ ਕਿਉਂ ਦਿੱਤੇ। ਜੀ। ਜਿਹੜੇ ਲੀਡਰ ਗ੍ਰਾਂਟਾਂ ਪਾਉਂਦੇ ਸੀ ਵੀ ਸਾਡੀ ਗ੍ਰਾਂਟ ਫੜ ਕੇ ਇਹਨੂੰ ਕਿਉਂ ਦਿੱਤੀ, ਕਿਸੇ ਨੇ ਨਹੀਂ ਬੋਲਿਆ। ਮੈਨੂੰ ਕੋਈ ਚੈੱਕ ਨਹੀਂ ਸੀ ਮਿਲਦਾ, ਮੈਨੂੰ ਕੋਈ ਗ੍ਰਾਂਟ ਨਹੀਂ ਸੀ, ਮੈਂ ਕਿਉਂ ਬੋਲਿਆ? ਮੈਂ ਕਦੇ ਸੋਚ ਕੇ ਨਹੀਂ ਲੜਾਈ ਲੜੀ ਵੀ ਇਹ ਤਾਕਤਵਰ ਆ ਜੀ। ਇਹ ਸੋਚ ਕੇ ਮੈਂ ਕਦੇ ਲੜਾਈ ਨਹੀਂ ਲੜੀ। ਮੈਂ ਲੜਾਈ ਉਹ ਲੜਦਾ ਜਿੱਥੇ ਮੈਨੂੰ ਲੱਗੇ ਮੈਨੂੰ ਸੱਟ ਵੱਜ ਰਹੀ ਆ, ਜਿੱਥੇ ਮੈਨੂੰ ਲੱਗੇ ਵੀ ਤੇ ਇੱਥੇ ਗਲਤ ਹੋ ਰਿਹਾ, ਵੀ ਤੈਨੂੰ ਖੜਨਾ ਪਊ। ਜੇ ਮੈਂ ਸੰਗਠਨ ਦਾ ਬੰਦਾ ਗਾ, ਮੈਂ ਜਸਪਿੰਦਰਵੀਰ ਚਹਿਲ ਰੱਬ ਵਾਂਗੂ ਪੂਜਦਾ ਸਾਡੀ ਪਾਰਟੀ ਨੂੰ, ਉਹਦਾ ਪਹਿਰਾ ਦਿੱਤਾ 10 ਸਾਲ ਤੇ ਜੇ ਅੱਜ ਪਾਰਟੀ 'ਚ ਕਿਤੇ ਕਮੀ ਆ ਰਹੀ ਆ, ਰੌਲਾ ਕਿਹਨੇ ਪਾਉਣਾ? ਜੇ ਕਿਸੇ ਪਰਿਵਾਰ ਦੇ ਵਿੱਚ ਪਾਰਟੀਆਂ ਦਬਾਅ ਹੁੰਦੀਆਂ ਰੌਲਾ ਪਾਉਣ ਵਾਲਿਆਂ ਨੂੰ, ਦਬਾ ਦਿੰਦੀਆਂ ਨੇ। ਮੈਂ ਸਮਝਦਾ ਲੋਕ ਦਬ ਵੀ ਜਾਂਦੇ ਨੇ, ਪਰ ਸਿੱਧੂ ਮੂਸੇਵਾਲੇ ਦੇ ਖਿਲਾਫ ਹੀ ਮੈਨੂੰ ਕਿਉਂ ਦਬਾਉਣਗੇ? ਇਹ ਦੱਸੋ, ਪਾਰਟੀ ਕਿਉਂ ਦਬਾਊ ਮੈਨੂੰ? ਪਾਰਟੀ ਨੂੰ ਸਟਾਰ ਪ੍ਰਚਾਰਕ ਦੇ ਤੌਰ ਤੇ ਵਰਤਣਾ ਹੋ ਬੜੇ। ਹਾਂਜੀ, ਵਰਤ ਲੈਣਾ, ਲੈ ਜਾਣ, ਫਿਰੋਜ਼ਪੁਰ ਲੈ ਜਾਣ, ਕਿੰਨੀਆਂ ਸੀਟਾਂ ਕਢਾਉਂਦਾ ਲੈ ਜਾਣ, ਜਲੰਧਰ ਲਈ ਜਾਣ, ਲੜਾ ਦੇਣ। ਮੈਂ ਤਾਂ ਪਹਿਲਾਂ ਹੀ ਕਹਿਣਾ ਵੀ ਉਹਨੂੰ ਲੜਾਉਣੀ ਉੱਥੇ ਜਿੱਥੇ ਅੱਜ ਤੱਕ ਕਾਂਗਰਸ ਦੀ ਝੋਲੀ ਕੋਈ ਸੀਟ ਨਹੀਂ ਪਈ, ਉਹ ਲੰਬੀ ਵੀ ਹੋ ਸਕਦੀ ਆ ਜੀ। ਭਗਵੰਤ ਮਾਨ ਸਾਹਿਬ ਦੇ ਖਿਲਾਫ ਲੜਾਉਣਾ ਜੀ, ਸੁਖਵੀਰ ਦੇ ਖਿਲਾਫ ਲੜਾਉਣਾ ਜੀ, ਬਾਦਲ ਸਾਹਿਬ ਦੇ ਖਿਲਾਫ ਲੜਾਉਣਾ ਵੱਡਿਆਂ ਦੇ ਜੀ, ਤੇ ਮਜੀਠੀ ਦੇ ਖਿਲਾਫ ਲੜਾ ਦੇਣਾ। ਪਤਾ ਲੱਗ ਜੂ ਵੀ 9/11 ਕੀ ਹੈਗਾ, ਪਤਾ ਲੱਗ ਜੂ, ਪਤਾ ਲੱਗ ਜੂ। ਉਹ 9/11 ਕਹਿੰਦੇ, ਤੁਸੀਂ ਮੰਨਦੇ 9/11 ਉਹਨਾਂ ਨੂੰ? ਗਾਇਕੀ 'ਚ ਤਾਂ ਹੋ ਸਕਦਾ, ਦੇਖੋ ਸਿਆਸਤ ਤਾਂ ਨਾ ਜੀ ਨਾ, ਸਿਆਸਤ 'ਚ ਨਹੀਂ ਮੰਨਦੇ ਤੁਸੀਂ? ਨਾ ਜੀ ਨਾ, ਸਿਆਸਤ 'ਚ ਤਾਂ ਦੇਖੋ, ਸਿਆਸਤ 'ਚ ਤਾਂ ਕੋਈ ਵੀ 9/11 ਨਹੀਂ। ਸਿਆਸਤ ਦੇ ਵਿੱਚ ਕੈਪਟਨ ਅਮਰਿੰਦਰ 9/11 ਸੀ, ਅੱਜ ਆਸ਼ੇ ਨਾਲੋਂ ਮਾੜਾ ਹਾਲ ਆ। ਆਸ਼ਾ ਵੀ ਚੰਗਾ ਦੂ ਜੀ, ਮੇਰੀ ਗੱਲ ਸਮਝੇ। ਸਿਆਸਤ ਦੇ ਵਿੱਚ ਕੋਈ 9/11 ਨਹੀਂ, ਕੋਈ ਆਸ਼ਾ ਨਹੀਂ। ਸਿਆਸਤ ਦੇ ਵਿੱਚ ਜਿਹੜਾ ਲੋਕਾਂ 'ਚ ਰਹਿੰਦਾ, ਲੋਕਾਂ ਲਈ ਕੰਮ ਕਰਦਾ, ਠੀਕ ਹੈ, ਹੌਲੀ ਹੌਲੀ ਚਾਲ ਚੱਲ ਕੇ ਸਮਝਦਾ, ਸਿਸਟਮ ਨੂੰ ਸਮਝਦਾ, ਲੋਕਾਂ ਦੇ ਮੁੱਦਿਆਂ ਦੇ ਕੰਮ ਕਰਦਾ, ਮੁੱਦੇ ਕੀ ਨੇ ਲੋਕਾਂ ਦੇ ਕੰਮ ਕਰਦਾ, ਉਹੀ ਕਾਮਯਾਬ ਆ। ਉਹ ਤਾਂ ਸਿਰਫ ਇੱਕ ਹੀ ਟਰੈਕਟਰ ਆ ਮੇਰੇ ਹਿਸਾਬ ਨਾਲ, ਜਿਹੜਾ ਹੌਲੀ ਠਰਮੇ ਨਾਲ ਚੱਲਦਾ, ਪੁਰਾਣਾ ਸੁਣਿਆ ਹੋ ਤੁਸੀਂ, ਆਸ਼ਾ। ਹੌਲੀ ਕੰਮ ਕਰਦਾ, ਆਸ਼ਾ ਹੀ ਕਾਮਯਾਬ ਆ। 9/11 ਦੀ ਲੋੜ ਨਹੀਂ ਇੱਥੇ। ਕੋਈ ਆਪਾਂ ਇਹ ਥੋੜੀ ਦਿਖਾਉਣੇ ਵੀ ਤਾਕਤ ਕਿਹਦੇ ਕੋਲ ਹੀ ਆ। ਆਪਾਂ ਕੋਈ ਇੱਥੇ ਮੈਨੂੰ ਇਹ ਦੱਸੋ, ਬੰਦੇ ਠੋਕਣੇ ਨੇ, ਲੜਾਈਆਂ ਲੜਨੀਆਂ ਨੇ 9/11 ਨੂੰ, ਉਹਦੀ ਗਾਇਕੀ ਆ, ਸਟੇਜ ਤੋਂ ਚੱਲੀ ਜਾਂਦਾ, ਉਹਦਾ ਕੰਮ ਚੱਲੀ ਜਾਣ ਦਿਓ, ਠੀਕ ਆ। ਸਿਆਸਤ ਦੇ ਵਿੱਚ ਤਾਂ ਭਲੇ ਮਾਨਸ ਲੋਕਾਂ ਦੀ ਲੋੜ ਆ, ਬੁੱਧੀਜੀਵੀ ਦੀ ਲੋੜ ਆ। ਪੰਜਾਬ ਕਿਵੇਂ ਬਚਾਉਣਾ, ਪੰਜਾਬ ਦੇ ਹਿੱਤ ਲਈ ਕੀ ਕਰਨਾ, ਮੈਂ ਕਹਿ ਸਕਦਾ ਮੈਂ ਜ਼ਿਲ੍ਹੇ ਲਈ ਕੀ ਕਰਨਾ, ਮੈਂ ਆਪਣੇ ਹਲਕੇ ਲਈ ਕੀ ਕਰਨਾ। ਤੁਸੀਂ ਮੇਰੇ ਪਿੰਡ 'ਚ ਖੜੇ ਹੋ, ਮੈਂ ਤਾਂ ਤੁਹਾਨੂੰ ਆਪਾਂ ਪਹਿਲਾਂ ਦੱਸ ਕੇ ਹਟਿਆ ਵੀ ਸਾਡਾ ਕੀ ਇੱਥੇ 50 ਸਾਲ ਦਾ ਕੰਮ ਗਣਿਆ ਤਾ ਵੀ ਆਹ ਜਿਹੜਾ ਅੱਡਾ ਪਾਇਆ ਮੇਰੇ ਪੜਦਾਦੇ ਨੇ ਪਾਇਆ, ਆਹ ਸਕੂਲ ਦੀ ਨੀਂਹ ਪੱਥਰ ਮੇਰੇ ਦਾਦੇ ਨੇ ਰੱਖਿਆ, ਆਹ ਕੀਤਾ, ਇਹ ਕੀਤਾ। ਇੱਕ ਜਨੂਨ ਆ, ਉਹਨੂੰ ਮੈਂ ਹੁਣ ਅੱਡੇ ਨੂੰ ਅਸੀਂ ਗਰਾਂਟਾਂ ਲਾ ਕੇ ਬਣਾ ਰਹੇ ਹਾਂ। ਅਸੀਂ ਪਿੰਡਾਂ 'ਚ ਮੈਂ ਜਾਣਾ ਵੀ ਆਹ ਤੇਰੇ ਯਾਰ, ਮੈਂ ਜਦ ਜਾਣਾ ਵੀ ਆਹ ਕੰਮ ਕਰਵਾ, ਆਹ ਕਰਾ। ਇੱਕ ਸਿਸਟਮ ਆ, ਇੱਕ ਚੰਗੀ ਸੋਚ ਨੂੰ ਲੈ ਕੇ ਚੱਲੇ ਹੋਏ ਆ। ਸੋਚ ਪਸੰਦ ਕਰਦੇ ਹਾਂ ਅਸੀਂ। ਤਾਕਤ ਤਾਂ ਵੱਡੀਆਂ ਆਈਆਂ ਨੇ, ਚਾਹੇ ਉਹਨੂੰ ਜੁਆਇਨ ਜਿਹਨੇ ਮਰਜ਼ੀ ਕਰਾ ਲਿਆ, ਪਰ ਇੱਕ ਗੱਲ ਯਾਦ ਰੱਖਿਓ, ਲੋਕਾਂ ਨਾਲ ਹੀ ਸਿਆਸਤ ਆ। ਇਹ ਕਿੱਥੇ ਲਿਖਿਆ ਵੀ ਇੱਕ ਪਾਸੇ ਸੀਐਮ ਸਾਹਿਬ ਬੈਠੇ ਨੇ, ਇੱਕ ਪਾਸੇ ਪਾਰਟੀ ਪ੍ਰਧਾਨ ਬੈਠੇ ਨੇ, ਠੀਕ ਹੈ, ਉਹ ਤਾਂ ਉਹਨਾਂ ਨੇ ਮਾਨ ਸਨਮਾਨ ਦਿੱਤਾ। ਇਹ ਤਾਂ ਸਾਡੀ ਪਾਰਟੀ ਦੀ, ਇਹ ਕਹਿ ਸਕਦੇ ਆ ਵੀ ਜਿਹੜੀ ਸਾਡੀ ਪਾਰਟੀ ਆ ਉਹ ਇੰਨੀ ਚੰਗੀ ਆ ਕਿ ਹਰੇਕ ਬੰਦੇ ਨੂੰ ਪਿਆਰ ਦਿੰਦੀ ਆ, ਮਾਨ ਸਨਮਾਨ ਦਿੰਦੀ ਆ। ਉਹ ਤਾਂ ਬੰਦੇ ਨੂੰ ਹਜਮ ਆਉਣਾ ਚਾਹੀਦਾ ਨਾ, ਅੱਗੇ ਉਹਦਾ ਬੰਦੇ ਨੂੰ ਹਜਮ ਆਉਣਾ ਚਾਹੀਦਾ। ਪਹਿਲੀ ਐਸੀ ਪਾਰਟੀ ਜਿਹਨੇ MC ਤੋਂ CM ਬਣਾਤਾ, ਚਰਨਜੀਤ ਸਿੰਘ ਚੰਨੀ। ਪਾਰਟੀ 'ਚ ਕੋਈ ਕਮੀ ਨਹੀਂ, ਸਾਡੀ 'ਚ ਪਾਰਟੀ ਦੀ ਸੋਚ 'ਚ ਕੋਈ ਕਮੀ ਨਹੀਂ। ਕਈ ਗਲਤ ਅਨਸਰ ਪਾਰਟੀ ਨਾਲ ਜੁੜ ਜਾਂਦੇ ਨੇ ਕਿਤੇ ਨਾ ਕਿਤੇ, ਉਦੋਂ ਜ਼ਰੂਰ ਖਰਾਬ ਹੁੰਦਾ ਸਿਸਟਮ। ਅਦਰਵਾਈਜ਼ ਐਸੀ ਕੋਈ ਗੱਲ ਨਹੀਂ, ਜਿੱਡੀ ਮਰਜ਼ੀ ਤਾਕਤ ਆ ਉਹਦੇ ਨਾਲ। ਮੇਰੇ ਨਾਲ ਲੋਕਾਂ ਦੀ ਤਾਕਤ ਆ, ਮੈਂ ਆਪਣੇ ਹੱਕ ਲਈ, ਲੋਕਾਂ ਦੇ ਹੱਕ ਲਈ ਮੈਂ ਹੀ ਲੜਦਾ ਰਹੂੰਗਾ। ਜਿੱਥੇ ਗੱਲ ਸਿੱਧੂ ਮੂਸੇਵਾਲੇ ਦੀ ਆ, ਠੀਕ ਆ, ਮੈਨੂੰ ਉਹਦੀ ਗੱਲ ਹਜਮ ਨਹੀਂ ਆ ਰਹੀ ਵੀ ਕਿਉਂ ਐਸਾ ਹੀ, ਕਿਉਂ ਜੇ ਉਹਨੇ ਲੜਨਾ, ਉਹਨੇ MLA ਬਣਨਾ, ਲੋਕ ਸੇਵਾ ਕਰਨੀ ਆ, ਬੜੀਆਂ ਸੀਟਾਂ ਨੇ ਉੱਥੇ ਜਾ ਕੇ ਲੜਦੇ। ਜੇ ਉਹ ਕਹਿੰਦਾ ਮੈਂ ਮਾਨਸਾ ਦਾ ਜੰਪਲ ਆ, ਹੱਕ ਸਮਝਦਾ ਵੀ ਮਾਨਸਾ ਤੋਂ ਲੜਨੀ ਆ, ਫਿਰ ਇੱਕ ਐਸਾ ਕੰਮ ਜਿਹੜਾ ਮਾਨਸਾ ਹਿੱਤ ਲਈ ਕੀ ਕੀਤਾ, ਇੱਕ ਕੰਮ ਗਣਿਆ ਵੇ। ਐਡਾ ਫੇਮ ਆ, AK-47 ਚਲਾ ਸਕਦਾ, ਉਹ ਜੋ ਬਚ ਸਕਦਾ, CM ਨਾਲ ਬੈਠ ਸਕਦਾ, ਤਾਕਤ ਦਿਖਾ ਸਕਦਾ। ਇੱਕ ਕੰਮ ਦੱਸੇ ਮਾਨਸਾ ਦੇ ਹਿੱਤ ਲਈ, ਕਰੋਨਾ ਕਿਸਾਨੀ 'ਚ ਦੁਨੀਆ ਮੇਰੀ ਸੁਰਤ 'ਚ ਸਭ ਤੋਂ ਵੱਡੀ ਆਫਤ ਸੀ ਕਰੋਨਾ। ਮੇਰੀ ਜ਼ਿੰਦਗੀ 'ਚ, ਮੈਂ 30 ਸਾਲ ਦਾ 31 ਸਾਲ ਦਾ ਹੋ ਗਿਆ, ਮੈਂ ਕਰੋਨਾ ਦੀ ਆਫਤ ਤੇ ਕਿਸਾਨੀ ਅੰਦੋਲਨ ਤੋਂ ਵੱਡਾ ਕੋਈ ਅੰਦੋਲਨ ਨਹੀਂ ਦੇਖਿਆ। ਸ਼ਾਇਦ ਤੁਸੀਂ ਵੀ ਨਾ ਦੇਖਿਆ ਹੋਵੇ। ਹਾਂਜੀ,
ਦੋਨਾਂ 'ਚ ਇੱਕ ਕੰਮ ਦੱਸੇ, ਇੱਕ ਆਊਟਪੁੱਟ ਦੱਸੇ, ਮੈਂ ਦੱਸੂ ਇੱਕ ਇੱਕ। ਮੈਂ ਦਿੱਲੀ ਕੀ ਕੀਤਾ, ਮੈਂ ਧਰਨੇ ਤੇ ਕਿੰਨੀਆਂ ਡਾਂਗਾ ਕੱਢੀਆਂ, ਮੇਰੇ ਤੇ 3 ਪਰਚੇ ਨੇ ਬਾਈ ਜੀ। ਥੋੜੇ ਯਾਦ ਹੋਵੇ ਸੰਸਦ ਦਾ ਘਰਾਓ ਹੋਇਆ ਸੀ, ਟਰੈਕਟਰ ਨੂੰ ਅੱਗ ਲਾਈ ਸੀ, ਉਹ ਚਸ਼ਪਿੰਦਰਵੀਰ ਚਹਿਲ ਸੀ, ਸਾਡਾ ਸੰਗਠਨ ਸੀ। ਤੇ ਜਿਹੜਾ ਮੁੰਡਾ ਟਰੈਕਟਰ ਸਿੱਟਦਾ ਡਿੱਗਦਾ ਇੱਕ ਧਿਆਨ ਨਾਲ ਦੇਖਿਓ, ਉਹ ਮੈਂ ਸੀ। ਠੀਕ, ਸੰਸਦ ਦੇ ਸਾਹਮਣੇ ਮੇਰੇ ਤੇ ਸੱਟ ਵੀ ਲੱਗੀ ਸੀ। ਠੀਕ ਹੈ, ਉਹ ਮੈਂ ਡਿੱਗਦਾਗਾ ਟਰੈਕਟਰ ਨੂੰ ਧੱਕ ਕੇ ਸੰਸਦ ਕੋਲੇ, ਪੁਲਿਸ ਨੇ ਚੱਕਿਆ, ਪਰਚੇ ਪਾਏ, ਜੇਲ੍ਹ ਕੱਟੀ ਦਿੱਲੀ। ਫਿਰ ਖੱਟਰ ਦੇ ਘਰਾਓ ਵੇਲੇ ਸਭ ਤੋਂ ਵੱਧ ਡਾਂਗਾ ਮੇਰੇ ਪੈਂਦੀਆਂ ਨੇ, ਹਾਂਜੀ, ਨਿਊਜ਼ ਚੈਨਲ ਤੇ ਵੀ ਚੱਲੇ, ਉਹ ਮੈਂ ਸੀ। ਮਤਲਬ ਕਿ ਹਰੇਕ ਮੂਵਮੈਂਟ ਨੂੰ ਅੱਗੇ ਵੱਧ ਕੇ ਲੜਨਾ ਸੀ। ਠੀਕ ਹੈ, ਹਰੇਕ ਮੂਵਮੈਂਟ ਲੜੀ ਆ ਮੈਂ। ਕਰੋਨਾ ਦੇ ਵਿੱਚ 21 ਪੇਸ਼ੈਂਟ ਮੈਂ ਸਾਡੇ ਜ਼ਿਲ੍ਹੇ ਦੇ ਭਰਤੀ ਕਰਾਏ ਸੀ, ਪਟਿਆਲੇ ਤੇ ਫਰੀਦਕੋਟ। ਠੀਕ ਹੈ, 19 ਬਚਾ ਕੇ ਲਿਆਇਆ, 19 ਦੇ ਮੈਂ ਘਰੇ ਲੈ ਜੂ। ਉਹ ਲੋਕ ਰੱਬ ਵਾਂਗੂ ਮੰਨਦੇ ਨੇ ਵੀ ਯਾਰ ਠੀਕ ਹੈ, ਸਾਡੇ ਲਈ ਖੜਾ ਹੈਗਾ। 800 ਕਿੱਟ ਵੰਡੀ, ਜਦੋਂ ਮਰਦੇ ਸੀ, ਜਦੋਂ ਆਕਸੀਜਨ ਨਹੀਂ ਸੀ ਮਿਲਦੀ, ਹਸਪੀਟਲ 'ਚ ਰਹਿ ਕੇ ਵੰਡੀ ਆ, ਕੋਈ ਘਰੇ ਨਹੀਂ ਆਇਆ, ਸਾਰਾ ਦਿਨ ਉੱਥੇ ਹੁੰਦਾ ਸੀ ਸਰਕਾਰੀ ਹਸਪਤਾਲਾਂ 'ਚ। ਉਹ ਸਮਾਂ ਮੈਂ ਕਿਵੇਂ ਭੁੱਲ ਜਾਂ ਤੇ ਲੋਕ ਕਿਵੇਂ ਭੁੱਲ ਜਾਣਗੇ? ਉਹ ਹੱਕ ਆ। ਮੈਂ ਨਹੀਂ ਕਹਿੰਦਾ ਮੈਂ MLA ਬਣਨ ਲਈ ਕੀਤਾ, ਮੈਂ ਕਰਦਾ ਰਹੂੰ, ਮੈਂ ਤਾਂ ਹੁਣ ਵੀ ਕਰਦਾ ਰਹੂੰਗਾ। ਮੇਰੀ ਸੋਚ ਆ, ਮੇਰੇ ਜਨੂਨ ਆ, ਇੱਛਾ। ਜਦੋਂ ਪਾਰਟੀ ਸ਼ਾਮਲ ਕਰਦੀ ਹੈ ਇੱਕ ਵੱਡੇ ਚਿਹਰੇ ਨੂੰ, ਉਦੋਂ ਜਿਹੜੀ ਟਿਕਟ ਦੀ ਗੱਲ ਪਹਿਲਾਂ ਹੀ ਹੋ ਜਾਂਦੀ ਹੈ ਕਿ ਮੈਂ ਇਸ ਜਗ੍ਹਾ ਤੋਂ ਟਿਕਟ ਲੜਨੀ ਹੈ। ਜਦੋਂ ਉਹ ਸ਼ਾਮਲ ਹੋ ਗਏ ਹੈ, ਉਦੋਂ ਹੀ ਤੁਹਾਨੂੰ ਤਾਂ ਅੰਦਾਜ਼ਾ ਹੋ ਜਾਣਾ ਚਾਹੀਦਾ ਸੀ ਕਿ ਵੀ ਸਿੱਧੂ ਮੂਸੇਵਾਲਾ ਟਿਕਟ ਮਿਲੂ। ਫਿਰ ਵਿਰੋਧ ਕਿਉਂ? ਤੇ ਫਿਰ ਸਿੱਧੂ ਮੂਸੇਵਾਲਾ ਦਾ ਵਿਰੋਧ ਕਿਉਂ, ਪਾਰਟੀ ਦਾ ਵਿਰੋਧ ਕਿਉਂ ਨਹੀਂ? ਪਾਰਟੀ ਨੇ ਉਹਨਾਂ ਨੂੰ ਲਿਆਂਦਾ, ਪਾਰਟੀ ਨੂੰ ਲੈ ਕੇ ਆਂਦਾ ਉਹਨਾਂ ਨੂੰ ਵੀ ਸ਼ਾਇਦ ਵੱਡਾ ਚਿਹਰਾ, ਹਾਂਜੀ, ਜੋ ਮੇਰੀ ਸਮਝ ਆ ਵੀ ਸਾਨੂੰ ਕੰਮ ਦੇਊਗਾ, ਹਾਂਜੀ, ਸੀਟਾਂ ਕੱਢ ਕੇ ਦੇਊਗਾ, ਜਾਂ ਇੱਕ ਕਹਿ ਸਕਦੇ ਹਾਂ ਚਿਹਰੇ ਦੀ ਇੱਕ ਪਹਿਚਾਣ ਹੁੰਦੀ ਹੈ ਵੀ ਲੋਕ ਇਹਦੇ ਨਾਲ ਜੁੜਨਗੇ। ਪਰ ਤੁਸੀਂ ਦੇਖੋ, ਚਸ਼ਪਿੰਦਰ ਦਾ ਵਿਰੋਧ ਸਭ ਨੂੰ ਯਾਦ ਆ। ਮੈਂ ਤਾਂ ਸਿਲਸਿਲਾ ਜਿਹੜਾ ਚਸ਼ਪਿੰਦਰ ਵੀਰ ਦਾ ਸਿਲਸਿਲਾ ਚਹਿਲ ਦਾ, ਉਹ ਤਾਂ ਰੈਲੀ ਤੋਂ ਬਾਅਦ ਸ਼ੁਰੂ ਹੋਇਆ ਨਾ, ਵੀ ਰੈਲੀ 'ਚ ਚਸ਼ਪਿੰਦਰ ਨੇ ਵਿਰੋਧ ਕਰਤਾ। CM ਸਾਹਿਬ ਜਦੋਂ ਆਏ ਨੇ, ਉਸ ਤੋਂ ਪਹਿਲਾਂ 15 ਦਿਨ ਜਦੋਂ ਨੇ ਜੁਆਇਨ ਕੀਤਾ, ਤੁਸੀਂ ਆਪਣੇ ਚੈਨਲ ਵੀ ਦੇਖ ਲਿਓ, ਹੋਰ ਚੈਨਲ ਵੀ ਦੇਖ ਲਿਓ, ਰਿਸਪੌਂਸ ਕੀ ਸੀ। ਸਾਰੇ ਦੁਨੀਆ ਦੇ ਇੱਕੋ ਦਮ ਉਲਟ ਹੋਈ ਆ। ਜਿਹੜਾ ਸਿੰਗਰ ਹੁੰਦਾ ਸਾਂਝਾ। ਜਿੱਦਣ ਇੱਕ ਠੱਪਾ ਲੱਗ ਗਿਆ ਇਹਦੇ ਤੇ, ਉਦੋਂ ਅਕਾਲੀ, BJP, ਅਦਰ ਪਾਰਟੀਆਂ ਤੋਂ ਆਊਟ ਹੋ ਗਿਆ। ਉਦੋਂ ਹੀ ਉਹ ਲੋਕ ਉਦੋਂ ਹੀ ਭਟਕ ਗਏ। ਜਿਹੜੇ ਇਹਨੂੰ ਪਿਆਰ ਇਸ ਕਰਕੇ ਕਰਦੇ ਸੀ, ਇਹਦੀ ਗਾਇਕੀ ਨੂੰ ਕਰਦੇ ਆ, ਉਦੋਂ ਹੀ ਪਿੱਛੇ ਹਟੇ ਨੇ। ਤੁਸੀਂ ਵੀ ਚੈੱਕ ਕੀਤਾ, ਜਿਹੜੇ ਸਿੱਧੂ ਮੂਸੇ ਵਾਲੇ ਪਿੱਛੇ ਟੋਚਨ ਪੈਂਦੀ ਸੀ, ਇਹ ਹੁੰਦਾ ਸੀ। ਅੱਜ ਲੋਕ ਉਹਨੂੰ ਕੀ ਕਮੈਂਟ ਕਰਦੇ ਆ, ਤੁਸੀਂ ਦੇਖ ਹੀ ਰਹੇ ਹੋ। ਉਹ ਤਾਂ ਨਹੀਂ ਜਸਪਿੰਦਰ ਕਰਾ ਰਿਹਾ, ਜਿਹੜੇ ਮਰਜ਼ੀ ਚੈਨਲ ਤੇ ਦੇਖ ਲਿਓ ਤੁਸੀਂ, ਠੀਕ ਹੈ। ਜਦੋਂ ਜੁਆਇਨ ਕੀਤਾ, ਜੁਆਇਨ ਤੋਂ ਬਾਅਦ ਹੀ ਵਿਰੋਧ ਸ਼ੁਰੂ ਹੋ ਗਿਆ ਸੀ ਇਹ ਬੰਦੇ ਦਾ। ਰਹੀ ਗੱਲ ਮੇਰੀ, ਜਿਸ ਦਿਨ ਰੈਲੀ ਹੋਈ ਆ, ਰੈਲੀ 'ਚ ਮੈਂ ਵਿਰੋਧ ਨਹੀਂ ਕਰਵਾਇਆ, ਮੇਰੇ ਤੇ ਗੱਲ ਥੋਪੀ ਜਾ ਰਹੀ ਆ। ਹਾਂ, ਜੇ ਕਹਿੰਦੇ ਵੀ ਚਸ਼ਪਿੰਦਰ ਨੇ ਕਰਾਇਆ ਤਾਂ ਮੰਨਣ ਵੀ ਸਾਰਾ ਪੰਡਾਲ ਚਸ਼ਪਿੰਦਰ ਦਾ ਸੀ, 10,000 ਬੰਦਾ। ਉਹ ਲੋਕਾਂ ਦੇ ਜਜ਼ਬਾਤ ਆ ਬਾਈ ਜੀ। ਹੋਰ ਵੀ ਪਾਰਟੀਆਂ ਦੇ ਬੰਦੇ ਭੇਜਤੇ ਹੋਣਗੇ, ਹਾਂ ਭੇਜਤੇ, ਫਿਰ ਕੁਝ ਬੰਦੇ ਤੇ ਦੂਜੇ ਚੁੱਪ ਕਰਾ ਲੈਂਦਾ। ਇਹਦੇ ਕੋਲ ਤਾਂ 10,000 ਕਰੋੜ ਪਤਾ ਨਹੀਂ ਕਿੰਨਾ ਕਹਿੰਦੇ ਤੁਸੀਂ ਫੋਲੋਅਰਸ ਨੇ, ਆਪਦੇ ਸੱਦ ਲੈਂਦਾ, ਮੇਰੇ ਖਿਲਾਫ ਉਲਟ ਨਾਰੇ ਲਵਾ ਦਿੰਦਾ ਜਿੰਨੀ ਤਾਕਤ ਸੀ ਇਹਦੇ ਕੋਲ। ਜੇ ਮੇਰੇ ਕੁਝ ਬੰਦੇ ਆ ਹਾਲਾਤ ਪੈਦਾ ਕਰ ਸਕਦੇ ਨੇ, ਫਿਰ ਇਹ ਕਿਹੜੀ ਉਮੀਦ ਨਾਲ ਕਹਿੰਦਾ ਮੈਂ ਜਿੱਤੂ ਇੱਥੋਂ? ਜੇ ਕੁਝ ਬੰਦੇ ਮੇਰੇ ਆ ਹਾਲਾਤ ਪੈਦਾ ਕਰ ਸਕਦੇ ਨੇ ਇਹਦੇ, ਫਿਰ ਇਹ ਕਿਹੜੀ ਉਮੀਦ ਨਾਲ ਕਹਿੰਦਾ ਵੀ ਮਾਨਸਾ ਜਿੱਤ ਕੇ ਦਿਖਾਊ? ਇੱਕ ਲੀਡਰ ਨਹੀਂ ਨਾਲ ਤੁਰਦਾ ਇਹਦੇ ਮਾਨਸਾ ਦਾ, ਸੀਨੀਅਰ ਲੀਡਰਸ਼ਿਪ ਸਾਰੀ ਨੇ ਨਾਰਾਜ਼ ਕਰੀ ਹੋਈ ਆ। ਜੇ ਅਗਲਾ ਅੱਜ ਚੁੱਪ ਕਰਕੇ ਘਰੇ ਬੈਠ ਕੇ ਤਾਂ ਮਤਲਬ ਇਹ ਥੋੜੀ ਵੀ ਇਹਨੂੰ ਵੋਟ ਪਾ ਦੂ, ਇਹਦਾ ਮਤਲਬ ਇਹ ਥੋੜੀ ਵੀ ਇਹਨੂੰ ਵੋਟ ਪਾ ਦੂ। ਮੇਰਾ ਸਮਝੋ, ਸਾਡਾ ਇਹਦੇ ਨਾਲ ਕੋਈ ਵਿਰੋਧ ਨਹੀਂ, ਕੋਈ ਵਿਰੋਧ ਨਹੀਂ, ਹੱਕ ਦੀ ਲੜਾਈ ਆ। ਮੈਂ ਕਹਿ ਰਿਹਾ ਹਰ ਇੰਟਰਵਿਊ 'ਚ, ਹਰ ਸਟੇਜ ਤੋਂ, ਜਿਹਨੂੰ ਮਰਜ਼ੀ ਟਿਕਟ ਦੇ ਦਿਓ, ਪਰ ਦੇ ਦਿਓ ਕਾਂਗਰਸੀ ਪਰਿਵਾਰ 'ਚੋਂ, ਕਾਂਗਰਸ ਲਈ ਖੜਦਾ ਹੋਵੇ, ਕਾਂਗਰਸ ਲਈ ਅੜਦਾ ਹੋਵੇ, ਸੰਗਠਨ ਲਈ ਮਰਿਆ ਹੋਵੇ। ਉਹ ਇੱਕ ਅਸੀਂ ਮੈਸੇਜ ਵੀ ਦੇਣਾ ਨਾ ਇਹਨਾਂ ਨੂੰ। ਕਿੱਥੋਂ ਤੁਹਾਡੇ ਹਿਸਾਬ ਨਾਲ, ਜਿਵੇਂ ਤੁਸੀਂ ਕਿਹਾ ਕਿ ਫੋਲੋਅਰ ਬਹੁਤ ਨੇ, ਵੱਡਾ ਚਿਹਰਾ ਨੇ, ਇਹਨਾਂ ਨੂੰ ਕਿੱਥੋਂ ਟਿਕਟ ਲੜਨੀ ਚਾਹੀਦੀ ਹੈ? ਸਿੱਧੂ ਮੂਸੇਵਾਲੇ ਨੂੰ ਕਿੱਥੋਂ ਟਿਕਟ ਲੜਨੀ ਚਾਹੀਦੀ? ਮੇਰੇ ਮੁਤਾਬਕ ਇਹਨੂੰ ਲੜਨੀ ਚਾਹੀਦੀ ਹੈ ਸੁਖਬੀਰ ਬਾਦਲ ਦੇ ਖਿਲਾਫ। ਕਦੇ ਸੀਟ ਨਹੀਂ ਨਿਕਲੀ ਸਾਡੀ ਉੱਥੋਂ ਲੰਬੀ, ਤੇ ਕਾਂਗਰਸ ਦੀ ਝੋਲੀ ਜਿੱਤ ਕੇ ਪਾਵੇ, ਤੇ ਨਾਲੇ ਤਾਂ ਸਾਡੇ ਭਰਾ ਨੂੰ ਸਲਾਮ ਕਰਾਂਗੇ, ਤੇ ਨਾਲੇ ਮੰਨ ਜਾਾਂਗੇ ਵੀ ਠੀਕ ਹੈ ਯਾਰ, ਵੀ ਸੁਖਬੀਰ ਬਾਦਲ ਦੇ ਖਿਲਾਫ ਲੜਨਾ ਚਾਹੀਦਾ। ਬਾਈ ਜੀ ਤੁਸੀਂ ਆਪ ਦੇਖੋ, 10,000 ਫੋਲੋਅਰਸ ਨੇ, ਹਰੇਕ ਸਟੇਜ ਤੋਂ ਬੋਲਦਾ ਹੈ, ਪਤਾ ਨਹੀਂ 10,000 ਕਰੋੜ ਕਿੰਨੇ, ਮੈਨੂੰ ਤਾਂ ਪਤਾ ਨਹੀਂ। ਹਾਂਜੀ, ਮੈਂ ਤਾਂ ਕਦੇ ਇਹਨੂੰ ਸੁਣਿਆ ਨਹੀਂ, ਕਿਤੇ ਦੇਖਿਆ ਨਹੀਂ। ਹਾਂਜੀ, ਠੀਕ ਹੈ। ਇਹ ਕਹਿੰਦਾ ਹੈਗਾ ਵੀ ਮੇਰੇ ਤਾਂ 10,000 ਫੋਲੋਅਰਸ ਨੇ, ਤੇ ਫਿਰ ਯਾਰ ਇੰਨੀ ਤਾਕਤ ਆ, ਇਹ ਤਾਂ ਕੁਝ ਵੀ ਕਰ ਸਕਦਾ। ਮੇਰੇ ਗਰੀਬ ਦਾ ਕਿਉਂ ਹੱਕ ਮਾਰਨ ਲੱਗੇ ਨੇ? ਸਾਨੂੰ ਕਿਉਂ ਦੱਬਣ ਲੱਗੇ ਨੇ? ਸਾਰੀ ਤਾਕਤ ਮੇਰੇ ਤੇ ਕਿਉਂ ਲਾਈ ਆ? ਇਹੋ ਜਿਹੀ ਕੀ ਗਲਤੀ ਕਰਤੀ? ਜੇ ਕਰੋਨਾ ਚ ਕਿੱਟਾਂ ਵੰਡਤੀਆਂ, ਕਿਸੇ ਨੂੰ ਆਕਸੀਜਨ ਦੇਤੀ, ਕਿਸੇ ਧੀ ਭੈਣ ਨੂੰ ਮਸ਼ੀਨ ਵੰਡਤੀ, ਕਿਸੇ ਸੰਸਥਾ ਤੋਂ ਲੈ ਕੇ ਕਿਸੇ ਦਾ ਘਰ ਪਵਾਤਾ, ਕੋਈ ਪਾਪ ਕਰਤਾ? ਦੱਸੋ ਮੈਨੂੰ, ਕੋਈ ਪਾਪ ਹੋ ਗਿਆ?
ਜੇ ਕਿਸੇ ਅਸੀਂ ਸਮਾਜ ਦੇ ਵਿੱਚ ਕੋਈ ਚੰਗੀ ਨੀਂਹ ਰੱਖਣ ਦੀ ਕੋਸ਼ਿਸ਼ ਕਰਦੇ ਆ, ਹਾਂਜੀ। ਇਹ ਤਾਂ ਕਰੋੜਾਂਪਤੀ ਆ, ਇਹ 'ਚ ਤਾਂ ਨਹੀਂ ਸਰਿਆ। ਮੈਂ 18-20 ਕਿੱਲਿਆਂ ਦਾ ਬੰਦਾ, ਸੱਜੋਂ ਕਰਾਂ ਖੱਬਿਓਂ ਕਰਾਂ, ਯਾਰ ਮੇਰੀ ਸਿਰਦਰਦੀ ਆ, ਮੇਰੀ ਸਿਰਦਰਦੀ ਆ। ਜੇ ਮੈਂ ਕਿਤੇ ਡਾਕਾ ਮਾਰਿਆ ਮੇਰੇ ਤੇ ਪਰਚਾ ਕਰਾ ਦਿਓ, ਮੈਂ ਬਲੈਕ ਕਰਦਾ ਮੈਨੂੰ ਫੜ ਲਓ, ਤੁਸੀਂ ਮੇਰੀ ਗੱਲ ਸਮਝੋ ਨਾ, ਫੜ ਕੇ ਅੰਦਰ ਦੇ ਦਿਓ। ਮੇਰੀ ਸਿਰਦਰਦੀ ਆ ਵੀ ਮੈਂ ਲੋਕਾਂ 'ਚ ਕਿਵੇਂ ਜਾਣਾ, ਕਿੱਥੋਂ ਰੁਪਇਆ ਲੈਣਾ, ਇਹਨਾਂ ਨੂੰ ਕਦੀ ਟੈਨਸ਼ਨ ਪੈ ਰਹੀ ਆ। ਪੈਸੇ ਦੀ ਗੱਲ ਉਹ ਫਿਰ ਆ ਗਈ। ਹਾਂ, ਤੁਸੀਂ ਆਪ ਹੀ ਕਰਤੀ ਪੈਸਾ। ਉਹ ਕਹਿੰਦੇ ਪੈਸਾ ਕਿੱਥੋਂ ਆ ਰਿਹਾ ਇਹਨਾਂ ਲੋਕਾਂ ਕੋਲ, ਕੋਈ ਗਲਤ ਕੰਮ ਹੀ ਕਰਦੇ ਹੋਣਗੇ ਪੈਸਾ। ਮੈਨੂੰ ਇਹ ਨਹੀਂ ਸਮਝ ਆਉਂਦੀ ਇਹਨਾਂ ਨੂੰ ਮੇਰੇ ਪੈਸੇ ਦੀ ਫਿਕਰ ਕਿਉਂ ਆ। ਆਪ ਡੱਕਾ ਤੋੜਨਾ ਨਹੀਂ, ਆਪ ਕੁਝ ਕਰਨਾ ਨਹੀਂ। ਉਹ ਕਹਿੰਦੇ ਮੈਂ ਤਾਂ ਗਾਇਕੀ ਚ ਕਮਾਉਣਾ ਹੈ, ਮੈਂ ਤਾਂ ਮੇਰੇ ਤੋਂ ਪੈਸਾ ਉਧਰੋਂ ਬਣਦਾ, ਮੈਂ ਬਣਾਉਂਦਾ। ਬਾਈ ਜੀ ਲਾਉਂਦਾ ਨਹੀਂ ਨਾ, ਗੱਲ ਤਾਂ ਲਾਉਣ ਦੀ ਆ। ਮੇਰੇ ਕੋਲ ਪੈਸਾ ਕਿੱਥੇ ਆ ਦੱਸੋ, ਕਾਹਦੇ ਕਿਹੜੇ ਪੈਸੇ ਦੀ ਗੱਲ ਕਰ ਰਹੇ ਹੋ? ਪਤਾ ਕਿਹੜੇ ਪੈਸੇ ਦੀ ਗੱਲ ਕਰ ਰਹੇ? ਵੀ ਮਸ਼ੀਨਾਂ ਵੰਡਿਆ ਆ, ਕਰੋਨਾ ਕਿੱਟਾਂ ਵੰਡਤੀਆਂ, ਆਕਸੀਜਨ ਸਿਲੰਡਰ ਵੰਡਦਾ, ਵੀ ਸ਼ਾਲ ਵੰਡ ਦਿੰਦਾ, ਗਰੀਬ ਪਰਿਵਾਰਾਂ ਦੇ ਘਰ ਪਵਾ ਦਿੰਦਾ, ਵੀ ਇਹਨਾਂ ਰੁਪਇਆ ਕਿੱਥੋਂ ਆਉਂਦਾ, ਉਹਦੀ ਗੱਲ ਕਰਦਾ ਉਹ ਲੋਕ ਸੰਸਥਾਵਾਂ ਜੁੜੀਆਂ ਨੇ ਯੂਕੇ ਤੋਂ। ਮੇਰਾ ਭਰਾ ਰਵੀ ਰਿਸ਼ਤੇਦਾਰ ਆ ਮੇਰਾ, ਸਾਡੇ ਰਿਸ਼ਤੇਦਾਰ ਨੇ, ਉਹਨਾਂ ਦੀਆਂ NGO ਚੱਲ ਰਹੀਆਂ ਨੇ। ਕੋਈ ਮੈਨੂੰ ਪਰਿਵਾਰ ਮਿਲਦਾ ਕਿਸੇ ਦਾ ਘਰ ਪੈਣ ਵਾਲਾ, ਸਾਡੇ ਡੇਰੇ ਨੇ 2-3 ਆਪਣੇ, ਬਾਬਾ ਭਾਈ ਗੁਰਦਾਸ ਹੋ ਗਿਆ ਜਿਵੇਂ, ਜਾਂ ਸਾਡੇ ਵੀਰੋ ਕੇ ਡੇਰਾ ਗਾ ਸੰਤ ਸਮਾਜ, ਉਹਨਾਂ ਨਾਲ ਮੈਂ ਬਹੁਤ ਜੁੜਿਆ ਹੋਇਆ। ਆ ਸਾਡੇ ਨਾਲ ਹੀ ਡੇਰਾ ਤੂੰ ਹੀ ਦੱਸ ਬਾਬਾ ਜੀ ਦਾ ਡੇਰਾ ਆ ਮਗਰ ਜੀ, ਸੰਤਾਂ ਕੋਲੇ ਜਾਣਾ ਰਹਿਣਾ। ਕੋਈ ਵੀਡੀਓ ਮੈਂ ਦਿਖਾ ਦਿੰਦਾ, ਸਾਰੇ ਇਕੱਠੇ ਕਰ ਲੈਂਦੇ ਨੇ ਤੇ ਜਸਪਿੰਦਰ 10,000 ਵਿੱਚ ਪਾ ਦਿੰਦਾ। ਮੈਨੂੰ ਤਾਂ ਦਿੰਦੇ ਨੇ ਭਰੋਸਾ, ਕਿਸੇ ਠੱਗ ਚੋਰ ਨੂੰ ਇਹਨੂੰ ਤਾਂ ਨਹੀਂ ਕੋਈ ਫੜਾਉਂਦਾ। ਵੀ ਮੇਰੇ ਤੇ ਯਕੀਨ ਆ ਵੀ ਇਹ ਬੰਦਾ ਜੇ 10,000 ਦੇਤਾ ਤਾਂ ਇਹ 21 ਕਰਕੇ ਦੇਊਗਾ। ਠੱਗ ਚੋਰ ਕਿਹਨੂੰ ਕਹਿੰਦਾ ਸੀ? ਮੂਸੇ ਵਾਲੇ ਨੂੰ? ਵੀ ਕਿਸੇ ਹੋਰ ਨੂੰ ਅਗਲਾ ਦਾ ਵੀ ਐਵੇਂ ਠੱਗੀ ਚੋਰੀ ਹੋ ਜੂ, ਮੂਸੇ ਨੂੰ ਤਾਂ ਮੈਂ ਕਿਉਂ ਕਹਿਣਾ। ਠੀਕ ਹੈ। ਜਦ ਆਪਾਂ ਦੇਖੀ ਨਹੀਂ ਬੰਦਾ ਵੀ ਕਿਸੇ ਨੂੰ ਵੀ ਅਗਲਾ ਦਾ ਐਵੇਂ ਕੱਲ ਨੂੰ ਕੋਈ ਠੱਗੀ ਚੋਰੀ ਵਾਲੇ ਬੰਦੇ ਤੇ ਕੋਈ ਭਰੋਸਾ ਨਹੀਂ ਕਰਦਾ। ਮੇਰਾ ਕਹਿਣ ਤੋਂ ਮਤਲਬ ਮੇਰੇ ਨਾਲ ਕਈ ਸੰਤ ਸਮਾਜ ਜੁੜਿਆ। ਤੁਸੀਂ ਜਿਹੜੇ ਮਰਜ਼ੀ ਡੇਰੇ 'ਚ ਚੱਲ ਜਿਓ ਵੀ ਜੀ ਤੁਸੀਂ ਜਸਪਿੰਦਰ ਦੀ ਮਦਦ ਕਰਦੇ ਹੋ, ਉਹ ਕਹਿ ਦੇਣਗੇ ਹਾਂ ਜੇ ਕੋਈ ਸਾਂਝਾ ਕੰਮ ਹੁੰਦਾ ਭਾਈ, ਕਿਸੇ ਗਰੀਬ ਦਾ ਭਲਾ ਹੁੰਦਾ ਤੇ ਜੇ ਇਕੱਠੇ ਹੁੰਦੇ ਅਸੀਂ ਦੇ ਦਿੰਦੇ ਆ। ਹਰੇਕ ਸਰਪੰਚ ਜਿਹਦੇ ਕੋਲੇ 2 ਕਿੱਲੇ ਜ਼ਮੀਨ ਦੇ ਆ, ਮੇਰੇ ਪਿੰਡ ਦਾ ਸਰਪੰਚ ਆ, ਜੇ ਤੁਸੀਂ ਇਜਾਜ਼ਤ ਦਿਓ ਹੁਣ ਬੁਲਾ ਲੈਣਾ, ਉਹਦੇ ਕੋਲੇ 2 ਕਿੱਲੇ ਜ਼ਮੀਨ ਦੇ ਨੇ, ਠੀਕ ਹੈ। ਤੇ ਉਹ ਵੀ ਕਹਿੰਦਾ ਵੀ ਜਸਪਿੰਦਰ ਚਾਹੇ ਦੋਨੇ ਕਿੱਲੇ ਵਿਕ ਜਾਣ, ਠੀਕ ਹੈ, ਤੂੰ ਲੜੀ ਚੱਲ, ਤੇਰੇ ਨਾਲ ਆ। ਫਿਰ ਇਹਦਾ ਹੱਲ ਕੀ ਹੈ ਹੁਣ? ਤੇ ਮੈਂ ਕਿਵੇਂ ਕਹਿੰਦਾ ਲੋਕਾਂ ਨੂੰ ਵੀ ਜੇ ਵੇਚ ਦਿਓ ਜ਼ਮੀਨ। ਮੇਰਾ ਕਹਿਣ ਦਾ ਮਤਲਬ ਜਸਪਿੰਦਰ ਇੰਨਾ ਕਮਜ਼ੋਰ ਨਹੀਂ, ਜਸਪਿੰਦਰ ਇੰਨਾ ਮਾੜਾ ਨਹੀਂ। ਜਸਪਿੰਦਰ ਦੇ ਮਾਂ ਪਿਓ ਨੇ ਉਹਨੂੰ ਸੰਸਕਾਰ ਦਿੱਤੇ ਨੇ। ਮੈਂ ਇੱਕ ਅਧਿਆਪਕ ਦਾ ਪੁੱਤ ਹਾਂ, ਮੈਂ ਕਬੱਡੀ ਦਾ ਖਿਡਾਰੀ ਹਾਂ, ਮੈਂ ਏਸ਼ੀਅਨ ਗੋਲਡ ਮੈਡਲਿਸਟ ਹਾਂ, ਚੈਂਪੀਅਨਸ਼ਿਪ ਦਾ ਮੈਡਲ ਦਿੱਤੇ ਨੇ ਇੰਡੀਆ ਨੂੰ। ਮੇਰੇ 'ਚ ਲੜਾਈ ਲੜਨ ਦੀ ਤਾਕਤ ਹੈਗੀ ਆ, ਕੋਈ ਜ਼ਰੂਰੀ ਨਹੀਂ ਵੀ ਰੁਪਏ ਵਾਲੀ ਤਾਕਤ ਲੜੀ ਜਾਂਦੀ ਆ। ਮੇਰੇ 'ਚ ਭਾਵਨਾਵਾਂ ਨੇ ਕਿੰਨੀਆਂ। ਰਵੀਪ੍ਰੀਤ ਸਿੱਧੂ ਕੀ ਸੀਗਾ ਆਪਣਾ, ਸੌਰੀ ਰਵੀ ਖਾਲਸਾ ਦਾ ਸਿੱਧੂ ਨਹੀਂ, ਰਵੀ ਖਾਲਸਾ ਵਾਲੇ ਕੀ ਨੇ ਬਾਈ ਜੀ? ਹਾਂਜੀ, ਉਹ ਕਿੰਨੀ ਦੁਨੀਆ ਨੂੰ ਚਲਾਈ ਜਾਂਦੇ ਨੇ, ਠੀਕ ਹੈ। ਹੋਰ ਬੜੇ NGO ਚੱਲ ਰਹੀਆਂ ਨੇ, ਹੋਰ ਬੜੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਚੱਲ ਰਹੀਆਂ ਨੇ ਜਿਹੜੀਆਂ ਲੋਕ ਹਿੱਤ ਲਈ ਕੰਮ ਕਰ ਰਹੀਆਂ ਨੇ। ਤੁਸੀਂ ਗੱਲ ਸਮਝੋ ਨਾ, ਸਿੱਧੂ ਤਾਂ ਆਪ ਕਰਨਾ ਨਹੀਂ, ਜੇ ਕੋਈ ਕਰਦਾ ਤਾਂ ਸਵਾਲ ਖੜੇ ਕਰੋ। ਸਾਡੇ ਨੇਕੀ ਫਾਊਂਡੇਸ਼ਨ ਮਾਨਸਾ ਬੜਲਾਡੇ ਦੀ ਬਹੁਤ ਵਧੀਆ ਸੰਸਥਾ, ਘਰ ਪਾਉਂਦੀ ਆ, ਇਲਾਜ ਕਰਦੀ ਆ, ਮੈਂ ਉਹਨਾਂ ਨਾਲ ਵੀ ਜੁੜਿਆ ਹੋਇਆਗਾ। ਉਹਨਾਂ ਨੂੰ ਪੁੱਛ ਲਿਓ ਵੀ ਜਸਪਿੰਦਰ, ਜਿਹੜੀ ਮਰਜ਼ੀ ਸੰਸਥਾ ਕੋਲੇ ਜ਼ਿਲ੍ਹੇ 'ਚ ਚੱਲ ਜਾਓ ਬਾਈ ਜੀ, ਜਿਹੜੇ ਮਰਜ਼ੀ ਡੇਰੇ 'ਚ ਚੱਲ ਜਾਓ, ਜਿਹੜੇ ਮਰਜ਼ੀ ਗੁਰੂ ਘਰ 'ਚ ਚੱਲ ਜਾਓ, ਤੁਸੀਂ ਜਿੱਥੇ ਜਾਣਾ ਜਾ ਕੇ ਪਤਾ ਕਰ ਲਓ ਵੀ ਜਸਪਿੰਦਰ ਯਾਰ ਕਿੰਨਾ ਕੁ ਸਹਿਯੋਗ ਦਿੰਦਾ, ਤੁਹਾਨੂੰ ਆਪੇ ਦੱਸ ਦੇਣਗੇ। ਤੇ ਇੱਕ ਵਾਰ ਇਹਦੇ ਬਾਰੇ ਵੀ ਪੁੱਛ ਲਿਓ ਵੀ ਕਦੇ ਕਿਸੇ ਸੰਸਥਾ 'ਚ ਆਇਆ, ਕਦੇ ਕਿਸੇ ਡੇਰੇ 'ਚ ਆਇਆ, ਕਦੇ ਕਿਸੇ ਕਰੋਨਾ ਦੇ ਵਿੱਚ ਗਰੀਬ ਘਰੇ ਆ ਕੇ ਛੱਤ ਪਵਾਈ। ਮੈਂ ਤਾਂ ਯੂਥ ਕਾਂਗਰਸ ਸੰਗਠਨ ਦੇ 100 ਬੰਦੇ ਦੀ ਟੀਮ ਆ ਜ਼ਿਲ੍ਹੇ 'ਚ ਮੇਰੀ। ਹਾਂਜੀ, ਹਰ ਮਹੀਨੇ ਅਸੀਂ 1100 ਇਕੱਠਾ ਕਰਨਾ। ਹਾਂਜੀ, ਪਰ ਬੰਦੇ ਨੂੰ ਇਕੱਠਾ ਹੋ ਜਾਂਦਾ ਸੰਗਠਨ ਦਾ ਮੇਰੇ ਦਾ। ਜਿੱਥੇ ਜਾਣੇ ਪਿੰਡਾਂ 'ਚ ਕਿਸੇ ਗਰੀਬ ਘਰ ਦਾ ਘਰ ਟਿਆ ਪਿਆ, ਮੀਂਹ ਜਿਵੇਂ ਹੁਣ ਅੱਜ ਮੈਨੂੰ ਫੋਨ ਆਇਆ, ਅੱਜ ਹੀ ਫੋਨ ਆਇਆ ਵੀ ਬਾਈ ਘਰ ਦੇਖ ਕੇ ਜਾਓ, ਮੀਂਹ ਕਰਕੇ ਘਰ ਗਿਆ। ਅੱਜ ਜਾਵਾਂਗੇ, ਛੱਤ ਬਦਲਣ ਵਾਲੀ ਆ, ਸਾਡੇ ਕੋਲ 51,000 ਰੁਪਏ, ਅਸੀਂ ਛੱਤ ਬਦਲ ਦਾਂਗੇ। ਇੱਕ ਸਿਸਟਮ, ਇੱਕ ਸੋਚ ਆ, ਕੰਮ ਕਰ ਰਿਹਾ ਜਸਪਿੰਦਰ। ਇਹਨਾਂ ਨੂੰ ਕੀ ਤਕਲੀਫ ਆ? ਜੇ ਇਹਨਾਂ ਨੂੰ ਬਾਹਲੀ ਤਕਲੀਫ ਆ ਰੇਡ ਕਰਾ ਲੈਣ ਮੇਰੇ ਤੇ, ਹੋਰ ਕੀ ਹੈ ਫਿਰ? ਹੁਣ ਆਹੀ ਹੱਲ ਆ, ਹੋਰ ਤਾਂ ਚੁਕਾ ਲੈਣ, ਹੋਰ ਫਿਰ ਮੈਂ ਕੀ ਕਹਿ ਸਕਦਾ ਇਹਦੇ ਤੋਂ। ਤੁਸੀਂ ਜੂਸ 'ਚ ਕੰਮ ਕੀਤਾ, ਰਾਜਾ ਵੜਿੰਗ ਜੂਸ ਦੇ ਬੜਾ ਲੰਮਾ ਸਮਾਂ ਪ੍ਰਧਾਨ ਰਹੇ, ਉਹਨਾਂ ਨੇ ਕੰਮ ਕੀਤਾ ਤੁਸੀਂ? ਕੀਤਾ। ਉਹ ਸਿੱਧੂ ਮੂਸੇਵਾਲੇ ਦਾ ਸਭ ਤੋਂ ਵੱਧ ਕਰਦੇ ਨੇ, ਕਿਆ ਇਹ ਵੀ ਚਰਚਾ ਕਿ ਸਿੱਧੂ ਮੂਸੇਵਾਲੇ ਨੂੰ ਲੈ ਕੇ ਆਉਣ ਵਾਲੇ ਵੀ ਰਾਜਾ ਵੜਿੰਗ ਨੇ, ਉਹ ਤੁਹਾਨੂੰ ਕਹਿ ਦੇਣ ਕਿ ਮਦਦ ਕਰੋ। ਫਿਰ ਮੈਂ ਕਹੂੰਗਾ ਵੀ ਬਾਈ ਜੀ ਸਤਿਕਾਰਯੋਗ ਨੇ, ਮਿਨਿਸਟਰ ਨੇ, ਬਹੁਤ ਸੋਹਣਾ ਕੰਮ ਕਰ ਰਹੇ ਨੇ, ਕੈਬਨਿਟ ਮਿਨਿਸਟਰ ਨੇ ਬਹੁਤ ਸੋਹਣਾ ਟਰਾਂਸਪੋਰਟ ਮਹਿਕਮਾ ਉਹਨਾਂ ਨੇ ਚਲਾਇਆ, ਕੰਮ ਕੀਤਾ, ਸਲਾਮ ਆ। ਜਦ ਯੂਥ ਕਾਂਗਰਸ ਦੇ ਪ੍ਰਧਾਨ ਸੀ, ਬੜੇ ਧਰਨੇ ਮੁਜ਼ਾਹਰੇ ਕੀਤੇ ਉਹਨਾਂ ਨੇ, ਜਨੂਨੀ ਬੰਦੇ ਨੇ, ਕੰਮ ਕਰਦੇ ਨੇ। ਮੈਂ ਉਹਨਾਂ ਨੂੰ ਕਿਹਾ ਤੇ ਮਿਲਿਆ, ਮੈਂ ਕਿਹਾ ਬਾਈ ਜੀ ਤੁਸੀਂ ਵੀ ਆਈਡਲ ਹੋ ਸਾਡੇ, ਇੱਥੋਂ ਹੀ ਕਿਉਂ? ਤੁਸੀਂ ਜ਼ਿਲ੍ਹਾ ਪ੍ਰਧਾਨ, ਪੰਜਾਬ ਪ੍ਰਧਾਨ, ਫਿਰ ਤੁਸੀਂ ਆਲ ਇੰਡੀਆ ਜਨਰਲ ਸੈਕਟਰੀ, ਆਲ ਇੰਡੀਆ ਪ੍ਰਧਾਨ, MLA, ਫਿਰ MLA, ਮਿਨਿਸਟਰ।
ਮੈਂ ਕਿਹਾ ਅਸੀਂ ਵੀ ਇੱਕ ਸੁਪਨਾ ਸਾਡਾ ਸਾਰਿਆਂ ਦਾ, ਜਿਹੜੇ ਯੂਥ 'ਚ ਪੰਜਾਬ 'ਚ ਜਿੰਨੇ ਮੁੰਡੇ ਕੰਮ ਕਰਦੇ ਨੇ, ਇੱਕ ਸੰਗਠਨ 'ਚ ਕੰਮ ਕਰਦੇ ਨੇ, ਵੀ ਅਸੀਂ ਵੀ ਆਪਾਂ ਨੂੰ ਰੱਖ ਸਕੀਏ ਹਾਈ ਕਮਾਂਡ ਕੋਲ, ਵੀ ਅਸੀਂ ਆਹ ਕੰਮ ਕੀਤੇ ਆ। ਜੇ ਤੁਸੀਂ ਨਹੀਂ ਸਾਨੂੰ ਸਮਝੋਗੇ ਤਾਂ ਸਮਝੂ ਕੌਣ? ਉਹ ਐਗਰੀ ਨਹੀਂ ਗੱਲ ਤੇ ਵੀ ਨਹੀਂ ਤੇਰਾ ਹੱਕ ਨਹੀਂ ਮਰਨ ਦਿੰਦੇ। ਠੀਕ ਹੈ, ਕਈ ਵਾਰੀ ਮਜਬੂਰੀਆਂ ਹੋ ਜਾਂਦੀਆਂ ਨੇ, ਕਈ ਵਾਰੀ ਹਾਲਾਤ ਬਣ ਜਾਂਦੇ ਨੇ। ਠੀਕ ਹੈ, ਉਹਨਾਂ ਦੀ ਕੋਈ ਮਜਬੂਰੀ ਹੋਊ, ਹੁਣ ਇਹ ਤਾਂ ਉਹੀ ਦੱਸ ਸਕਦੇ ਨੇ, ਮੈਂ ਕੀ ਕਹਿ ਸਕਦਾ। ਉਹਨਾਂ ਦੀ ਕੋਈ ਮਜਬੂਰੀ ਹੋਊ, ਉਹਨਾਂ ਨੇ ਲਿਆਂਦਾ, ਤਾਕਤ ਦਿੱਤੀ ਹੈ ਇਹਨੂੰ, ਤਾਕਤ ਬੇਸਾਬੀ ਹੈ ਇਸ ਟਾਈਮ ਇਹਦੇ ਕੋਲ। ਠੀਕ ਹੈ, ਉਹਨਾਂ ਦੀ ਕੋਈ ਮਜਬੂਰੀ ਹੋਊ। ਬਾਕੀ ਕਈ ਚੀਜ਼ਾਂ ਸਿਆਣੇ ਕਹਿੰਦੇ ਆ ਪਰਮਾਤਮਾ ਦੇ ਛੱਡ ਦੇਣੀਆਂ ਚਾਹੀਦੀਆਂ ਨੇ। ਜਿੰਨਾ ਕਿ ਮੈਂ ਆਪਣੇ ਆਪ ਨੂੰ ਪ੍ਰੂਫ ਕਰ ਸਕਦਾ ਮੈਂ ਕੀਤਾ, ਮੈਂ ਕੰਮ ਕਰ ਸਕਦਾ, ਲੋਕਾਂ ਲਈ ਲੜ ਸਕਦਾ। ਸਭ ਤੋਂ ਵੱਡੀ ਗੱਲ ਮੇਰੇ ਲਈ ਰੈਲੀ 'ਚ ਪਿਆਰ ਦੇਖਣ ਨੂੰ ਮਿਲਿਆ ਹੋਊ ਤੁਹਾਨੂੰ, ਲੋਕਾਂ ਦਾ ਪਿਆਰ ਦੇਖੋ। ਮੀਂਹ ਪੈ ਰਿਹਾ, ਮੈਂ ਬੋਲ ਰਿਹਾ, ਅੱਧਾ ਘੰਟਾ ਮੀਂਹ ਪੈ ਗਿਆ, ਲੋਕ ਬਿਮਾਰ ਹੋ ਗਏ ਉਸ ਤੋਂ ਬਾਅਦ, ਪਰ ਉਹ ਨਹੀਂ ਗਏ। ਤੁਸੀਂ ਬੱਸਾਂ ਵਾਲੀ ਗੱਲ ਕੀਤੀ ਸੀ, ਉਹ ਕੀ ਵਾਕਈ ਸੱਚ ਆ? ਉਹ ਕਹਿ ਰਿਹਾ ਕਿ ਨਹੀਂ, ਇੱਕ ਗੱਲ ਨਿਕਲ ਕੇ ਆਈ ਉਹਨੇ ਕੋਈ ਮੈਂ ਅਜਿਹਾ ਕੁਝ ਨਹੀਂ ਕੀਤਾ ਕਿ ਧਮਕੀ ਦੇਣੀ, ਬੱਸ ਰੋਕਣੀ। ਹੈ ਸੱਚਾਈ ਇਹ ਗੱਲ ਦੇ ਵਿੱਚ? ਉਹ ਤਾਂ ਨਹੀਂ ਕਹਿ ਰਹੇ। ਉਹਦਾ ਸਾਰਾ ਕੁਝ ਹੀ ਕਹੂਗਾ। ਹਾਂਜੀ, ਉਹਦਾ ਸਾਰਾ ਕੁਝ ਹੀ ਕਹੂਗਾ ਕਿ ਉਹਦੇ ਪਿੰਡ ਦੇ ਲੋਕ ਕਮਲੇ ਹੋ ਗਏ, ਉਹਦੇ ਲੋਕ ਪਿੰਡ ਦੇ ਕਮਲੇ ਹੋ ਗਏ। ਮੇਰੇ ਪਿੰਡ 'ਚ ਉਹ ਨਹੀਂ ਆਉਂਦਾ, ਆ ਜੇ। ਮੇਰੇ ਪਿੰਡ 'ਚ ਜੇ ਕੋਈ ਜਾਂਦਾ ਤਾਂ ਲੈ ਜੇ। ਠੀਕ ਹੈ, ਦੋ ਪਿੰਡ ਨੇ, ਲੈ ਕੇ ਜਾਵੇ ਇੱਥੋਂ। ਜਿਹਦੇ ਪਿੰਡੋਂ ਕੋਈ ਆਉਂਦਾ, ਮੇਰੇ ਪਿੰਡੋਂ ਕੋਈ ਜਾਂਦਾ, ਚੱਲ ਜੇ। ਮੈਨੂੰ ਕੀ, ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਉਹ ਧੱਕੇ ਨਾਲ ਰੋਕਿਓ ਤਾਂ ਮੈਨੂੰ ਕਰਨ ਲੱਗ ਜੂ। ਠੀਕ ਹੈ, ਤੇ ਜੋ ਮੁੰਡੇ ਬੋਲੇ ਨੇ, 50 ਮੁੰਡੇ ਬੋਲੇ ਨੇ, ਹੁੱਬ ਕੇ ਬੋਲੇ ਨੇ, ਉਹ ਪਾਗਲ ਹੋ ਗਏ। ਉਹਨਾਂ ਨੂੰ ਕੀ ਜ਼ਰੂਰਤ ਪਈ ਆ ਪਿੰਡ 'ਚ ਬੋਲਣ ਦੀ? ਜਿਹਨੇ ਹਰਕਤ ਕੀਤੀ ਆ, ਜਿਹਨੇ ਕਿਹਾ ਵੀ ਉਹਨੂੰ ਕਿਹਾ ਵੀ ਨਹੀਂ ਕੀਤੀ, ਫਿਰ ਔਨ ਕੈਮਰਾ ਇਹ ਗੱਲਾਂ ਤਾਂ ਉਹ ਲੋਕ ਵਿਸ਼ਵਾਸ ਨਹੀਂ ਕਰਦੇ। ਮੈਂ ਤਾਂ ਰੱਬ ਨੂੰ ਮੰਨਣ ਵਾਲਾ। ਉਹ ਕਹੇ ਤੂੰ ਬੱਸਾਂ ਨਹੀਂ ਰੋਕੀਆਂ, ਨਹੀਂ ਤੂੰ ਹਰਕਤ ਇਹੋ ਜਿਹੀ ਕੋਈ ਕੀਤੀ, 19 ਨਹੀਂ ਕੀਤੀ, ਨਹੀਂ ਧਮਕੀ ਦਿੱਤੀ ਤੂੰ ਜਾਂ ਤੇਰੇ ਬੰਦਿਆਂ ਨੇ ਬੱਸ ਡਰਾਈਵਰਾਂ ਨੂੰ ਵੀ ਅਸੀਂ ਤੇਰੀਆਂ ਬੱਸਾਂ ਭੰਨ ਦਾਂਗੇ, ਤੇ ਮੈਂ ਬੱਸ ਡਰਾਈਵਰ ਹੁਣ ਸੱਦ ਲੈਣਾ, ਹੁਣ ਆ ਜਾਣਗੇ ਵੀ ਅੱਗ ਲਾ, ਐਂ ਕਿਹਾ ਅੱਗ ਲਾ ਦਾਂਗੇ, ਅੱਗ ਲਾ ਦਾਂਗੇ, ਬੱਸਾਂ ਭੰਨ ਦਾਂਗੇ। ਤੈਨੂੰ ਪਤਾ ਨਹੀਂ ਸਰਕਾਰ ਕਿਹਦੀ ਐ? ਐਂ ਬਹੁਤ ਰੂਟਲੀ ਬੋਲਿਆ। ਸਾਰੇ ਡਰਾਈਵਰ ਸੱਦ ਲੈਣਾ, ਚਲਾਓਗੇ ਆਨਲਾਈਨ, ਲਾਈਵ ਚਲਾਇਓ, ਹੁਣ ਸੱਦ ਲੈਣਾ ਸਾਰੇ। ਹੋਰ ਕੀ ਹੁੰਦਾ? ਤਾਂ ਹੁਣ ਅਗਲਾ ਮੁੱਕਰੂਗੀ, ਹੱਲ ਨਹੀਂ ਕੋਈ। ਤੱਤਾ ਚੱਲਦਾ ਥੋੜ੍ਹਾ ਜਿਹਾ, ਸਮਝਾਓ। ਮੈਂ ਤਾਂ ਬੇਨਤੀ ਕਰਦਾ ਵੀ ਭਾਈ, ਸਿਆਸਤ ਆ ਜਿਹੜੀ ਇਹ ਲੋਕਾਂ ਲਈ ਹੁੰਦੀ ਆ, ਠਰਮੇ ਨਾਲ ਕਰਨੀ ਚਾਹੀਦੀ ਆ। ਇਹਨੂੰ ਤੁਸੀਂ ਸਟੇਜ ਨਾ ਸਮਝੋ ਵੀ ਉੱਥੋਂ ਥਾਪੀਆਂ ਮਾਰਤੀਆਂ, ਪ੍ਰਾਹੁਣਾ ਸਾਲਾ ਕਹਿਤਾ। ਇੱਥੇ ਨਹੀਂ ਚੱਲਣਾ ਕੰਮ। ਸਿਆਸਤ ਦਾ ਮਾਹੌਲ ਤੇ ਉਹ ਮਾਹੌਲ 'ਚ ਫਰਕ ਹੈ, ਜ਼ਮੀਨ ਅਸਮਾਨ ਦਾ ਬਾਈ ਜੀ। ਇੱਥੇ ਸਿਆਸਤ ਲੋਕਾਂ ਨੂੰ ਸਮਰਪਿਤ, ਸਟਾਡਰਮ ਲੋਕ ਉਹਨੂੰ ਸਮਰਪਿਤ। ਕੋਈ ਮੇਲ ਹੀ ਨਹੀਂ, ਕੋਈ ਮੇਲ ਹੀ ਨਹੀਂ। ਉੱਤਰ ਦੱਖਣ ਸਿਆਸਤ ਦੇ ਵਿੱਚ ਤਾਂ ਅਸੀਂ ਲੀਡਰਾਂ ਨੂੰ ਲੋਕਾਂ ਨੂੰ ਸਮਰਪਿਤ ਕਰਨਾ ਪੈਂਦਾ। ਜੋ ਕਹਿਤਾ ਸੋ ਕੰਮ ਕਰਨਾ, ਲੋਕਾਂ ਲਈ, ਲੋਕਾਂ ਦੇ ਹਿੱਤਾਂ ਲਈ ਲੜਨਾ। ਜੇ ਬੁਲਾ ਲਿਆ ਜਾਣਾ, ਜੋ ਕਹਿਤਾ ਉਹ ਕਰਨਾ। ਵੀ ਬਾਈ ਜੀ ਆ ਕਰੋ, ਐਂ ਕਰੀਏ। ਦੇਖੋ ਲੀਡਰ ਸਮਝ ਕੇ ਇੱਕ ਦੂਜੇ ਨੂੰ ਬਣਦਾ ਨਾ, ਹਾਂਜੀ, ਫੇਰ ਹੀ ਸਾਂਝ ਪੈਂਦੀ ਆ। ਸਟਾਡਰਮ ਕੀ ਹੈਗਾ? ਤਾਕਤ, ਵੱਡਾ ਜਲਵਾ। ਲੋਕ ਉਹਦੇ ਮਗਰ ਭੱਜੇ ਫਿਰਦੇ ਆ, ਸੈਲਫੀਆਂ ਕਰਾਉਣੀਆਂ ਨੇ ਜੀ, ਆਹ ਕਰਾਉਣਾ ਜੀ। ਉਹ ਲੋਕਾਂ ਦੀ ਪਰਵਾਹ ਨਹੀਂ ਕਰਦੇ। ਇਹ ਉਹੀ ਸਿੱਧੂ ਮੂਸੇਵਾਲਾ ਜਿਹੜਾ 4-4 ਘੰਟੇ ਪੱਤਰਕਾਰਾਂ ਨੂੰ ਧੁੱਪੇ ਖੜਾਉਂਦਾ ਸੀ ਬਿਨਾਂ ਰੋਟੀ ਤੋਂ। ਅੱਜ ਤੁਸੀਂ ਜੋ ਮਰਜ਼ੀ ਕਹੀ ਚਲੋ, ਅੱਜ ਤਾਂ ਉਹ ਵੀ ਕਹਿ ਦੂਗਾ ਸੌਰੀ, ਮਾਨਸਾ ਪ੍ਰੈਸ ਕਾਨਫਰੰਸ ਰੱਖ ਲਈ, ਕਹਿੰਦਾ ਸੌਰੀ ਜੀ। ਸਾਰੇ ਪੱਤਰਕਾਰਾਂ ਨੇ ਕਿਹਾ ਯਾਰ ਤੂੰ 4-4 ਘੰਟੇ ਤਾਂ ਸਾਡੇ ਨਾਲ ਕੁੱਤੇ ਖਾਣੀ ਕਰਦਾ ਰਿਹਾ ਤੂੰ। ਸਾਰਿਆਂ ਨੇ ਕਿਹਾ ਵੀ ਤੂੰ ਕੀਤਾ ਕੀ ਨਹੀਂ ਸਾਡੇ ਨਾਲ, ਕਹਿੰਦਾ ਸੌਰੀ ਜੀ, ਤੁਸੀਂ ਸਾਰੇ ਵੱਡੇ ਭਰਾ ਹੋ। ਕੱਲ੍ਹ ਨੂੰ ਵੀ ਕਹਿ ਦੂਗਾ ਇੱਥੋਂ ਵੀ ਸੌਰੀ ਯਾਰ, ਮੈਂ ਕੁਛ ਕਰ ਨਹੀਂ ਸਕਦਾ ਹੁਣ। ਸੌਰੀ ਮਤਲਬ ਠੀਕ ਹੈ, ਗਲਤੀ ਹੁੰਦੀ ਹੈ, ਮਾਫੀ ਮੰਗਣੀ ਚਾਹੀਦੀ ਆ। ਪਰ ਸਿਆਸਤ ਦੇ ਵਿੱਚ ਬਾਈ ਜੀ, ਜਾਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਗੱਲ ਤੋਂ 2 ਮਿੰਟਾਂ ਬਾਅਦ ਸੌਰੀ ਕਹਿ ਦੇਣਾ ਕੋਈ ਚੰਗੀ ਗੱਲ ਨਹੀਂ। ਲਾਈਵ ਹੋ ਕੇ ਸੌਰੀ ਕਹਿ ਦਿਓ, ਫਿਰ ਪੱਤਰਕਾਰ ਭਾਈਚਾਰਾ ਸਾਰਾ ਇਕੱਠਾ ਹੋਇਆ ਉਹਦੇ ਸਾਹਮਣੇ ਵੀ ਸੌਰੀ ਯਾਰ। ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਯਾਰ ਤੂੰ ਤਾਂ ਲਿਖ ਕੇ ਪਾਉਣਾਗਾ, ਐਂ ਪਾਉਣਾਗਾ। ਪੱਤਰਕਾਰ ਨੂੰ ਕਹਿੰਦਾ ਹੁੰਦਾ ਸੀ ਵੀ ਇਹ ਤਾਂ ਬਹੁਤ ਗੰਦੇ ਲਫ਼ਜ਼ ਬੋਲਦਾ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਹੁਣ ਸ਼ਾਇਦ ਤੁਸੀਂ ਵੀ ਇੰਟਰਵਿਊ ਕਰਨ ਗਏ ਹੋ, ਹੁਣ ਤੇ ਪਹਿਲਾਂ 'ਚ ਬਹੁਤ ਫਰਕ ਆ। ਹੁਣ ਤਾਂ ਤੁਹਾਨੂੰ ਭਾਲਦਾ ਹੋਵੇ। ਉਹ ਤਾਂ ਤੁਸੀਂ ਵੀ ਕਿਹਾ ਸਟਾਰਡਮ ਤੇ ਰਾਜਨੀਤੀ। ਜੇਕਰ ਸਿੱਧੂ ਮੂਸੇਵਾਲਾ ਦੀ ਟਿਕਟ ਕਨਫਰਮ ਹੋ ਜਾਂਦੀ, ਮਿਲ ਜਾਂਦੀ ਹੈ, ਜਸਪਿੰਦਰ ਮਦਦ ਕਰੂਗਾ? ਬਿਲਕੁਲ ਨਹੀਂ। ਪਾਰਟੀ ਕਹਿੰਦੀ ਆ, ਪਾਰਟੀ ਕਹਿੰਦੀ ਜਸਪਿੰਦਰ ਨੂੰ ਟਿਕਟ ਦੇਵਾਂਗੇ, ਲੱਗਿਆ ਰਹਿ, ਅੜਿਆ ਰਹਿ, ਤੇਰੀ ਟਿਕਟ ਪੱਕੀ ਆ, ਸੰਗਠਨ ਲਈ ਕੰਮ ਕੀਤਾ। ਪਾਰਟੀ ਬਾਅਦ ਚ ਪਰੋਸ ਲੈਂਦੀ ਹੁੰਦੀ ਹੈ, ਵਰਾ ਲੈਂਦੀ ਹੁੰਦੀ ਹੈ ਕਿ ਆ ਜਾ, ਕੋਈ ਗੱਲ ਨਹੀਂ, ਅਗਲਾ ਮੌਕਾ ਹੈ, ਚੇਅਰਮੈਨ ਨਹੀਂ ਹੈ, ਬਹੁਤ ਕੁਛ ਪਿਆ। ਮੈਂ ਬਿਰਜੂਗਾ, ਮੈਂ ਕਹਿ ਦੂੰਗਾ ਵੀ ਬਿਲਕੁਲ ਚਲੋ ਤੁਸੀਂ ਕਹਿਤਾ, ਤਕੜਾ ਬੰਦਾ, ਤੁਹਾਨੂੰ ਪਤਾ ਵੀ ਜਸਪਿੰਦਰ ਤੋਂ ਤਕੜਾ, ਫਿਰ ਜਿੱਤਣ ਦਿਓ। ਫਿਰ ਜਸਪਿੰਦਰ ਨੂੰ ਕਿਉਂ ਬੁਲਾਉਣੇ? ਫਿਰ ਠੀਕ ਹੈ, ਮੰਨ ਲਈ ਪਾਰਟੀ ਦੀ ਗੱਲ ਵੀ ਮੰਨ ਲਈ। ਫਿਰ ਜੇ ਤਕੜਾ ਬੰਦਾ ਜਿੱਤਣ ਦਿਓ, ਫਿਰ ਉਹਨੂੰ। ਫਿਰ ਜਸਪਿੰਦਰ ਦੇ ਸਾਥ ਦੀ ਕਿਉਂ ਜ਼ਰੂਰਤ ਆ? ਜੇ ਪਾਰਟੀ ਇਹ ਨਹੀਂ ਕਹਿੰਦੀ ਚਲੋ ਮਨਾਉਂਦੀ ਵੀ ਨਹੀਂ, ਟਿਕਟ ਵੀ ਦਿੰਦੀ ਹੈ, ਵਿਰੋਧ ਚ ਫਿਰ ਵਿਰੋਧ ਕਰੋਗੇ? ਸਿੱਧੂ ਮੂਸੇਵਾਲੇ ਦਾ ਹਾਂਜੀ, ਆਪੀ ਵਿਰੋਧ ਹੋ ਜੂ। ਜਸਪਿੰਦਰ ਕਰੂਗਾ? ਮੈਨੂੰ ਕਰਨ ਦੀ ਜ਼ਰੂਰਤ ਹੀ ਨਹੀਂ। ਤੁਸੀਂ ਕਰੋਗੇ? ਬਿਲਕੁਲ।
ਪੂਰਾ ਕਰੋਗੇ? ਠੋਕ ਕੇ ਕਰੂੰ। ਆਜ਼ਾਦ ਲੜ ਸਕਦੇ ਹੋ? ਨਾ, ਕਦੇ ਵੀ ਨਹੀਂ। ਜੇ ਲੋਕ ਕਹਿਣ, ਜਿਹੜੇ ਤੁਹਾਡੇ ਮਗਰ ਗਏ ਆ, ਜਿਹੜੇ ਤੁਹਾਡੀਆਂ ਰੈਲੀਆਂ 'ਚ ਇਕੱਠ ਕਰਦੇ, ਜੋ ਕਹਿ ਦੇਣ ਵੀ ਤੈਨੂੰ ਲੜਨਾ ਚਾਹੀਦਾ, ਫਿਰ ਨਹੀਂ, ਉਹਨਾਂ ਲੋਕਾਂ ਦੀ ਗੱਲ ਵੀ ਨਕਾਰ ਦਿਓਗੇ? ਨਹੀਂ, ਨਕਾਰਦਾ ਨਹੀਂ, ਗੱਲ ਕਰੂੰਗਾ, ਬੈਠੂੰਗਾ। ਉਹ ਹਾਲਾਤ ਹੋਣਗੇ, ਕੀ ਹਾਲਾਤ ਨੇ ਮੈਨੂੰ ਨਹੀਂ ਪਤਾ, ਠੀਕ ਹੈ, ਉਹ ਪਰਮਾਤਮਾ ਨੂੰ ਪਤਾ। ਪਹਿਲਾਂ ਮੈਂ ਕੁਝ ਨਹੀਂ ਕਹਿ ਸਕਦਾ, ਹਜੇ ਮੈਂ ਆਪ ਇੰਨੇ ਸੰਘਰਸ਼ ਚੱਲ ਰਿਹਾ। ਹਾਂਜੀ। ਪਰ ਲੋਕਾਂ ਦੀ ਗੱਲ ਕਦੇ ਇਗਨੋਰ ਨਹੀਂ ਕੀਤੀ ਜਾ ਸਕਦੀ। ਹਾਂਜੀ। ਲੋਕਾਂ ਦੇ ਜਜ਼ਬਾਤਾਂ ਨੂੰ ਜਿਹੜਾ ਬੰਦਾ ਸੱਟ ਮਾਰਦਾ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ। ਪਰ ਇੱਕ ਗੱਲ ਇਹ ਵੀ ਆ, ਮੇਰੇ ਤੇ ਸੰਗਠਨ ਦੇ ਅਹਿਸਾਨ ਬਹੁਤ ਨੇ, ਇਹ ਲੋਕਾਂ ਨੂੰ ਵੀ ਪਤਾ। ਜਿਹੜੇ ਅੱਜ ਮੇਰੇ ਨਾਲ ਤੁਰ ਰਹੇ ਨੇ ਉਹ ਮੇਰੀ ਗੱਲ ਸਮਝਦੇ ਨੇ। ਉਹ ਤਾਂ ਅੱਜ ਹੀ ਕਹਿੰਦੇ ਨੇ ਵੀ ਝੰਡਾ ਚੱਕ ਲਾ, ਕੀ ਹੋਰ ਪਾਰਟੀਆਂ ਦੀ ਮੈਨੂੰ ਆਫਰ ਨਹੀਂ ਆਈ ਹੋਣੀ? ਬਹੁਤ ਦੀ ਆਈ ਆ ਬਾਈ ਜੀ, ਬਹੁਤ ਦੀ ਆਫਰ ਆਈ ਆ, ਸਾਰੀਆਂ ਟੌਪ ਦੀਆਂ ਪਾਰਟੀਆਂ ਦੀ ਆਫਰ ਸੀ। 20 ਦਿਨ ਪਹਿਲਾਂ, 25 ਦਿਨ ਪਹਿਲਾਂ ਟਿਕਟ ਡਿਕਲੇਅਰ ਨਹੀਂ ਸੀ ਹੋਈ। ਸ਼ਾਇਦ ਮੇਰੇ ਕੰਮ ਨੂੰ ਸੀ, ਉਹ ਮੈਨੂੰ ਨਹੀਂ, ਉਹ ਮੇਰੇ ਕੰਮ ਨੂੰ ਸੀ। ਪਰ ਲੋਕ ਆ ਜਿਹੜੇ ਲੋਕ ਇਹ ਜ਼ਰੂਰ ਸਮਝਦੇ ਨੇ ਵੀ ਯਾਰ ਜਸਪਿੰਦਰ ਦੇ ਸਟਰਗਲ 'ਚ ਆ, ਇਹਦਾ ਅਸੀਂ ਸਹਾਰਾ ਬਣਾਂਗੇ, ਇਹਦਾ ਸਾਥ ਦੇਵਾਂਗੇ। ਸਭ ਤੋਂ ਵੱਡਾ ਪ੍ਰੂਫ ਆ, ਮੈਂ ਕਹਿਣਾ ਕੋਈ ਵੀ ਆ ਜੇ, ਮੀਂਹ ਪੈਂਦੇ 'ਚ ਲੋਕ ਕਿਸੇ ਨੂੰ ਸੁਣਦੇ ਨਹੀਂ ਬਾਈ। ਅੱਖੀ ਡਿੱਠਾ ਹਾਲ ਆ ਮੇਰੇ, ਤੇ ਮੈਂ ਸ਼ੁਕਰੀਆ ਉਸ ਪਰਮਾਤਮਾ ਦਾ ਵੀ ਮੈਨੂੰ ਇੰਨੀ ਕੁ ਤਾਕਤ ਤਾਂ ਦਿੱਤੀ ਆ, ਇੰਨਾ ਕੁ ਹੌਸਲਾ ਤਾਂ ਮੇਰਾ ਉਹ ਰੈਲੀ ਤੋਂ ਬਾਅਦ ਬਣਿਆ ਵੀ ਜਰ ਜੇ ਮੈਂ ਕਹਾਂ ਵੀ ਆਪਾਂ ਅੜਨਾ ਤਾਂ ਅੜਨਗੇ, ਜੇ ਲੜਨਾ ਤਾਂ ਲੜਨਗੇ, ਠੀਕ ਹੈ। ਕੋਈ ਪ੍ਰੈਸ਼ਰ ਨਹੀਂ, ਕੋਈ ਝੁਕਣ ਵਾਲੀ ਨਹੀਂ ਹੈਗੇ। ਪ੍ਰੈਸ਼ਰ ਕਿੰਨੇ ਕੁ ਦਿਨ ਹੋਣ ਵਾਲੇ, ਤਾਕਤਾਂ ਕੁਛ ਸਮੇਂ ਲਈ ਹੁੰਦੀਆਂ ਨੇ, ਆਉਂਦੀਆਂ ਜਾਂਦੀਆਂ ਨੇ, ਪਤਾ ਨਹੀਂ ਕਦੋਂ ਕਿਹਦੇ ਕੋਲੇ ਆ ਜਾਏ, ਕੋਈ ਪਤਾ ਨਹੀਂ। ਬਹੁਤ ਬਹੁਤ ਧੰਨਵਾਦ ਬਾਈ ਜੀ, ਸਮਾਂ ਦਿੱਤਾ। ਤਾਂ ਗੱਲ ਕੀਤੀ ਜਸਪਿੰਦਰ ਦੇ ਨਾਲ। ਜਸਪਿੰਦਰ ਦਾ ਇਹ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਕਾਂਗਰਸ ਦੇ ਨਹੀਂ, ਕਾਂਗਰਸ ਦੇ ਕਿਸੇ ਲੀਡਰ ਨੂੰ ਟਿਕਟ ਮਿਲ ਜੇ ਮੈਂ ਮਦਦ ਕਰੂੰਗਾ। ਪਰ ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਸਟਰਗਲ ਕਰਨ ਵਾਲੇ ਸਾਡੇ ਵਰਗੇ ਲੋਕਾਂ ਨੂੰ ਟਿਕਟ ਦੇਣੀ ਚਾਹੀਦੀ ਹੈ। ਪਰ ਜੇ ਸਿੱਧੂ ਮੂਸੇਵਾਲਾ ਮੈਦਾਨ 'ਚ ਆਉਂਦੇ ਆ, ਵਿਰੋਧ ਵੀ ਹੋਵੇਗਾ, ਮੈਂ ਵੀ ਕਰਾਂਗਾ, ਤੇ ਪਾਰਟੀ ਨੇ ਵੀ ਸੋਚ ਲੈਣਾ ਚਾਹੀਦਾ ਹੈ ਕਿ ਪਾਰਟੀ ਨੂੰ ਕਿਤੇ ਨਾ ਕਿਤੇ ਨੁਕਸਾਨ ਹੋਵੇਗਾ। ਨਾਲੇ ਉਹਨਾਂ ਨੇ ਕਿਹਾ ਕਿ ਜੋ ਫੇਮ ਕਲਾਕਾਰੀ ਵਿੱਚ ਆ, ਉਹਦੇ ਵਿੱਚ ਤੇ ਰਾਜਨੀਤੀ ਦਾ ਬੜਾ ਫਰਕ ਹੈ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ।